ਇਹਦਾ ਵਿਰੋਧ ਕਰੋ। ਹਾਂਜੀ, ਕਿਉਂਕਿ ਪੰਚਕੂਲੇ ਇੰਨਾ ਕੁਝ ਹੋਇਆ, ਸਾਡੇ ਸਤਿਗੁਰੂ ਲਈ ਕੁਝ ਨਹੀਂ ਕੀਤਾ। ਫਿਰ ਤਾਂ ਮੇਰੀ ਗੱਲ ਸੁਣੋ। ਹਾਂਜੀ ਮੇਰੀ ਗੱਲ ਸੁਣੋ। ਹਾਂਜੀ, ਉਹਨਾਂ ਨੇ ਆਪਣੇ ਨਾਲ ਚਾਹੇ ਤੁਹਾਡੇ ਨਾਲ ਕੁਛ ਵੀ ਕੀਤਾ। ਹਾਂਜੀ, ਹਰੇਕ ਬੰਦਾ ਆਪਣੇ ਆਪ ਜ਼ਿੰਮੇਵਾਰ ਹੈ ਨਾ। ਹਾਂਜੀ, ਤੁਹਾਡੇ ਨਾਲ ਗਲਤ ਹੋਇਆ ਤੇ ਤੁਸੀਂ ਕਰੋ, ਲੇਕਿਨ ਦੂਜੇ ਨੂੰ ਕਿਉਂ ਕਹਿ ਰਹੇ ਹੋ ਤੁਸੀਂ? ਕਿ ਤੁਹਾਡੇ ਦਾ ਕੋਈ ਗਲਤ ਨਹੀਂ ਹੋਇਆ, ਆਪਣੇ ਨਾਲ ਪੰਚਕੂਲੇ ਹੋਇਆ, ਤੁਹਾਨੂੰ ਇਸ ਚੀਜ਼ ਦਾ ਕੋਈ ਉਹ ਹੈਗਾ ਵੀ ਆਪਣੇ ਭੈਣ ਭਰਾਵਾਂ ਦਾ ਕੋਈ ਹਮਦਰਦੀ ਨਹੀਂ? ਕੋਈ ਗਲਤ ਨਹੀਂ ਹੋਇਆ। ਅੱਛਾ, ਪੰਚਕੂਲੇ ਦਾ ਕੁਝ ਗਲਤ ਨਹੀਂ ਹੋਇਆ ਹੈ? ਨਹੀਂ, ਬਿਲਕੁਲ ਗਲਤ ਨਹੀਂ ਹੋਇਆ। ਜੋ ਮਾਲਕ ਦੀ ਮਰਜ਼ੀ ਸੀ ਹੋ ਗਿਆ। ਨਹੀਂ, ਇਹ ਪਿਤਾ ਜੀ ਦੀ ਕੀ ਮਰਜ਼ੀ ਸੀ? ਪਿਤਾ ਜੀ ने 17 तारीख ਦੀ ਮੀਟਿੰਗ 'ਚ ਕਿਹਾ ਨਹੀਂ ਸੀ ਵੀ ਬੇਟਾ अब हमारे बच्चे बताएंगे हम क्या चाहते हैं? ਮੀਟਿੰਗ ਤਾਂ ਤੁਸੀਂ ਸੁਣੀ ਹੈ ਨਾ ਪਿਤਾ ਜੀ ਦੀ? ਦੇ ਵਿੱਚ ਤਾਂ ਮੈਨੂੰ ਨਹੀਂ ਪਤਾ ਮੀਟਿੰਗ ਦਾ। ਇਹ ਹੈ ਵੀ ਹਰ ਬੰਦਾ ਆਪਣਾ ਆਪਣਾ ਜ਼ਿੰਮੇਵਾਰ ਹੈ। ਅੱਛਾ, ਨਹੀਂ ਜੋ ਪੰਚਕੂਲਾ ਸੀ ਤਾਂ ਕਿਉਂ ਬੀਜੇਪੀ ਨੂੰ ਅਸੀਂ ਕਿਉਂ ਬੋਲ ਸਪੋਰਟ ਕਰੀਏ ਜਦੋਂ ਉਹਨਾਂ ਨੇ ਸਾਡੇ ਲਈ ਕੁਝ ਕੀਤਾ ਨਹੀਂ? ਸਾਡਾ ਸਤਿਗੁਰੂ ਤੁਹਾਨੂੰ ਨਹੀਂ ਪਤਾ ਵੀ ਪਿਤਾ ਜੀ ਨਿਰਦੋਸ਼ ਹੈ? ਪਿਤਾ ਜੀ ਦੇ ਇਲਜ਼ਾਮ ਲਗਾਏ ਗਏ ਆ। ਕਿਸੇ ਨੂੰ ਨਾ ਕਹੋ ਇਲਜ਼ਾਮ ਅੱਜ ਦੇ ਨਹੀਂ ਲਗਾਏ। ਨਹੀਂ, ਤੁਸੀਂ ਡੇਰੇ ਦੇ ਨਹੀਂ, ਤੁਸੀਂ ਪ੍ਰੇਮੀ ਨਹੀਂ ਹੈਗੇ, ਮੈਨੂੰ ਇਹ ਦੱਸੋ। ਇਲਜ਼ਾਮ ਲਗਾਇਆ ਨੂੰ ਬਹੁਤ ਸਾਲ ਪਹਿਲਾਂ ਦੇ ਲੱਗੇ ਹੋਏ ਨੇ। ਇਹ ਉਦੋਂ ਤਾਂ ਬੀਜੇਪੀ ਹੈ ਨਹੀਂ ਸੀ। ਹਾਂ, ਠੀਕ ਹੈ ਨਾ, ਉਦੋਂ ਬੀਜੇਪੀ ਹੈ ਨਹੀਂ ਸੀ। ਤੇ ਅਟਲ ਬਿਹਾਰੀ ਵਾਜਪਾਈ ਦੇ ਟਾਈਮ ਦੇ ਵਿੱਚ ਹੀ ਤਾਂ ਕੇਸ ਪਏ ਸੀ, ਉਹ ਵੀ ਤਾਂ ਬੀਜੇਪੀ ਦਾ ਬੰਦਾ ਸੀ। ਬਿਲਕੁਲ ਨਹੀਂ, ਬੀਜੇਪੀ ਨੇ ਬਿਲਕੁਲ ਨਹੀਂ ਪਾਏ। ਜਦ ਡੇਰੇ ਦੇ ਬੰਦੇ ਹੀ ਵਿੱਚੋਂ ਬਾਹਰ ਬਗਾਵਤ ਕਰਕੇ ਗਲਤ ਹੋਏ। ਤੁਸੀਂ ਦੇਖੋ ਜ਼ਿੰਮੇਵਾਰ ਹੋ, ਤੁਸੀਂ ਕਾਹਦੇ ਜ਼ਿੰਮੇਵਾਰ ਹੋ? ਤੇ ਆਪਣਾ ਵਾਜਪਾਈ ਬੰਦਾ ਬਣ ਸਤਿਗੁਰੂ ਲਈ ਖੜੀ ਹੈ ਜੀ। ਮੈਂ ਆਪਣੇ ਸਤਿਗੁਰ ਲਈ ਖੜਾ। ਸਤਿਗੁਰ ਵਾਸਤੇ ਤਾਂ ਕੁਛ ਵੀ ਕਰ ਸਕਦੇ ਹਾਂ, ਪਰ ਏਦਾਂ ਤੁਸੀਂ ਕਿਸੇ ਨੂੰ ਗੁੰਮਰਾਹ ਨਾ ਕਰੋ। ਇਹ ਗੁੰਮਰਾਹ ਨਹੀਂ ਕਰਦੇ ਪਿਤਾ ਜੀ। ਕੀ ਕਹਿੰਦੇ? ਆਪਣੇ ਪੀਰ ਫਕੀਰ ਦੀ ਸੁਣੋ, ਆਪਣੇ ਜ਼ਮੀਰ ਦੀ ਸੁਣੋ। ਸਾਡਾ ਜ਼ਮੀਰ ਤਾਂ ਜਿੰਦਾ ਹੈ, ਅਸੀਂ ਤਾਂ ਆਪਣੇ ਸਤਿਗੁਰ ਲਈ ਖੜੇ, ਜਿਹਨੇ ਸਾਡੇ ਸਤਿਗੁਰ ਲਈ ਕੁਛ ਨਹੀਂ ਕੀਤਾ। ਅਸੀਂ ਵੀ ਕਿਸੇ ਨੂੰ ਕੁਛ ਨਹੀਂ ਜਾਣਦੇ। ਸਤਿਗੁਰ ਨੂੰ ਤੁਸੀਂ ਕੀ ਸਮਝਦੇ ਹੋ? ਸਤਿਗੁਰ ਨੂੰ ਅਸੀਂ ਕੁੱਲ ਮਾਲਕ ਆ ਸਾਡਾ। ਪਰ ਹੈ ਤਾਂ ਦੇ ਰੂਪ ਦੇ ਵਿੱਚ ਨਾ, ਪਵਿੱਤਰ ਦੇ ਨੂੰ ਤਾਂ ਦੇਖੋ ਕਸ਼ਟ ਹੈਗਾ ਹੀ ਆ ਨਾ। ਕੁੱਲ ਮਾਲਕ ਵੀ ਸਮਝਦੇ ਹੋ? ਹਾਂਜੀ, ਉਹ ਤਾਂ ਹੈ ਹੀ। ਇਹਦਾ ਮਤਲਬ ਮਾਲਕ ਨੂੰ ਕੁਛ ਨਹੀਂ ਸੀ ਪਤਾ? ਨਹੀਂ, ਮਾਲਕ ਨੂੰ ਤਾਂ ਸਭ ਕੁਝ ਪਤਾ ਸੀ। ਉਹ ਪਿਤਾ ਨੇ ਕਿਹਾ ਨਹੀਂ ਸੀ ਇੱਕ ਸਤਸੰਗ ਦੇ ਵਿੱਚ, ਕਹਿੰਦੇ ਆਉਣ ਵਾਲੇ ਟਾਈਮ ਦੇ ਵਿੱਚ ਬੇਟਾ ਪਰਦੇ ਚੁੱਕ ਚੁੱਕ ਕੇ ਦਿਖਾਇਆ ਕਰਾਂਗੇ ਕੌਣ ਕਿਹੋ ਜਿਹਾ ਆ ਔਰ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ। ਉਹ ਸ਼ਾਇਦ ਸਾਜ਼ਿਸ਼ਾਂ ਹੀ ਨੰਗੀਆਂ ਕਰਨ ਲਈ ਸਤਿਗੁਰ ਸਾਡਾ ਬਾ ਸਾਡੇ ਤੋਂ ਦੂਰ ਹੋਇਆ। ਇਹ ਵਚਨ ਮੈਂ ਖੁਦ ਸੁਣੇ ਹੋਏ ਆ। ਔਰ ਪਿਤਾ ਜੀ ਨੇ ਇਹ ਵੀ ਕਿਹਾ ਸੀ ਬੇਟਾ ਬਿੱਲੀ ਜਿੰਨਾ ਇੰਤਜ਼ਾਰ ਨਹੀਂ ਕਰਵਾਵਾਂਗੇ। ਤੇ ਇਹਦਾ ਮਤਲਬ ਪਿਤਾ ਜੀ ਨੂੰ ਪਤਾ ਸੀ ਵੀ ਜਦੋਂ ਕੋਈ ਕਹਿਣਾ ਹੀ ਨਹੀਂ ਮੰਨਦਾ ਇਹਨਾਂ ਨੇ ਏਦਾਂ ਨਹੀਂ ਹੋਣਾ, ਏਦਾਂ ਨੰਗੇ ਕਰਦੇ ਆ। ਕਿੰਨੇ ਜ਼ਿੰਮੇਵਾਰ ਮਿਲੇ ਹੋਏ ਆ। ਜਦੋਂ ਪੰਚਕੂਲੇ ਵੀਡੀਓ ਆਈ ਸੀ ਪਿਤਾ ਜੀ ਨੇ ਵੀ ਕਿਸੇ ਨੇ ਪੰਚਕੂਲੇ ਨਹੀਂ ਜਾਣਾ, ਤਾਂ ਮੈਂ ਤੁਹਾਡੇ ਹੱਥ 'ਚ ਉਸੇ ਟਾਈਮ ਦੇਖੀ ਸੀ। ਤੁਸੀਂ ਕਿਹਾ ਸੀ ਨਹੀਂ ਸੰਗਤ ਨੂੰ ਨਹੀਂ ਦੱਸਣਾ। ਇਹ ਮੇਰੇ ਕਦੋਂ ਦੀ ਮੇਰੇ ਮਨ 'ਚ ਸੀ। ਮੈਂ ਕਿਹਾ ਤੁਹਾਨੂੰ ਮੈਂ ਪੁੱਛੂੰਗੀ। ਤੁਸੀਂ ਕਿਹਾ ਸੀ ਨਹੀਂ ਸੰਗਤ ਨੂੰ ਨਹੀਂ, ਕਿਉਂਕਿ ਵੀਡੀਓ ਤੁਹਾਨੂੰ ਪੂਰਨ ਦਿਖਾ ਰਿਹਾ ਸੀ ਤੇ ਤੁਸੀਂ ਉਹ ਵੀਡੀਓ ਨੂੰ ਬਿਲਕੁਲ ਹੀ ਉਹ ਕਰਤਾ ਸੀ। ਮੈਨੂੰ ਵੀਡੀਓ ਪਤਾ ਨਹੀਂ ਸੀ ਵੀ ਪਿਤਾ ਜੀ ਕੀ ਕਹਿ ਰਹੇ ਆ, ਪਰ ਮੈਂ ਵੀਡੀਓ ਜ਼ਰੂਰ ਦੇਖੀ ਸੀ। ਜਦੋਂ ਕਿੰਨਾ ਕੁਛ ਹੋਇਆ ਪੰਚਕੂਲੇ, ਕਿੰਨਾ ਭੈਣਾਂ ਨਾਲ ਕਿੰਨਾ ਬਦਸਲੂਕੀ ਹੋਈ ਹੈ, ਤੁਹਾਨੂੰ ਵੀ ਤਾਂ ਪਤਾ ਹੀ ਆ। ਆਪਾਂ ਕਿੰਨਾ ਝੱਲਿਆ। ਕਿਉਂ ਅਸੀਂ ਵੀ ਕਿਸੇ ਸਰਕਾਰ ਨੇ ਸਾਡੇ ਹੱਕ ਵਿੱਚ ਖੜਾ ਕੋਈ? ਤੁਸੀਂ ਦੱਸੋ। ਜਦ ਕਿ ਹਨਾ ਤੁਸੀਂ ਆਪ ਹੀ ਕਹਿੰਦੇ ਭਾਈ ਜਾਣਾ ਨਹੀਂ ਕਿਸੇ। ਇਹ ਪਿਤਾ ਜੀ ਦਾ ਹੁਕਮ ਨਹੀਂ, ਇਹ ਜ਼ਿੰਮੇਵਾਰਾਂ ਦੇ ਅੱਗੇ ਕਰਕੇ ਕੀਤਾ ਹੋਇਆ। ਇਹ ਪੰਚਕੂਲਾ ਕਾਂਡ ਹੀ ਤਾਂ ਕਰਵਾਇਆ ਗਿਆ ਜੀ ਮਤਲਬ ਕਿ ਪਿਤਾ ਜੀ ਨੂੰ ਅੱਗੇ ਤੋਂ ਪੈਰੋਲ ਵੀ ਨਾ ਮਿਲੇ। ਬਹੁਤ ਗਹਿਰੀ ਸਾਜ਼ਿਸ਼ ਆ। ਤੁਸੀਂ ਕਿਉਂ ਨਹੀਂ ਸਮਝਦੇ? ਤੁਸੀਂ ਸਿਮਰਨ ਕਰਦੇ ਨਾ, ਤੁਸੀਂ ਕਹਿੰਦੇ ਹੋ ਕਰਦੇ ਹੋ, ਮੈਂ ਤਾਂ ਚਲੋ ਘੱਟ ਕਰਦੀ ਹਾਂ, ਪਰ ਸਾਨੂੰ ਤਾਂ ਸਤਿਗੁਰ ਹੀ ਦੱਸੀ ਜਾਂਦਾ ਵੀ ਨਹੀਂ। ਹੁਣ ਦੱਸੋ। ਨਹੀਂ, ਹੁਣ ਤੁਸੀਂ ਕੀ ਕਰ ਲਓਗੇ ਫਿਰ? ਅਸੀਂ ਤਾਂ ਕੁਛ ਨਹੀਂ ਕਰਨਾ, ਪਰ ਅਸੀਂ ਆਪਣੇ ਸਤਿਗੁਰ ਦੇ ਹੱਕ 'ਚ ਤਾਂ ਖੜੇ ਆ ਨਾ। ਹੱਕ ਸੱਚ ਦਾ ਨਾਰਾ ਤਾਂ ਬੋਲ ਹੀ ਸਕਦੇ ਆ ਨਾ ਵੀ ਹਾਂ ਸਾਡਾ ਸਤਿਗੁਰ ਨਿਰਦੋਸ਼ ਹੈ। ਇਹਨਾਂ ਲੋਕਾਂ ਦੀ ਸਾਜ਼ਿਸ਼ ਨਾਲ ਸਾਡੇ ਸਤਿਗੁਰ ਅੰਦਰ ਗਏ ਆ, ਇਹ ਤਾਂ ਅਸੀਂ ਬੋਲ ਸਕਦੇ ਆ ਨਾ। ਅਸੀਂ ਰੌਲਾ ਤਾਂ ਪਾ ਸਕਦੇ ਆ ਨਾ ਵੀ ਸਾਡੇ ਸਤਿਗੁਰ ਨਾਲ ਸਾਜ਼ਿਸ਼ਾਂ ਹੋਈਆਂ ਨੇ। ਆਪਣੇ ਹੱਕ ਲਈ ਨਹੀਂ, ਤੁਸੀਂ ਆਪਣੇ ਨਿੱਜੀ ਹੱਕ ਲਈ ਖੜੇ ਹੋ। ਸਾਡਾ ਇਹ ਨਿੱਜੀ ਹੱਕ ਕੀ ਹੈ ਦੱਸੋ? ਤੁਸੀਂ ਦੱਸੋ ਮੈਨੂੰ ਕੀ ਫਾਇਦਾ? ਹਾਂਜੀ, ਮੇਰਾ ਸਤਿਗੁਰ ਆ ਜਾਊਗਾ, ਮੈਨੂੰ ਤਾਂ ਇਹੀ ਉਹ ਸਭ ਨੂੰ ਦਰਸ਼ਨ ਹੋਣਗੇ ਸਾਰੇ। ਮਤਲਬ ਕਿ ਹੋਣਗੇ। ਤੁਸੀਂ ਨਹੀਂ ਚਾਹੁੰਦੇ ਪਿਤਾ ਜੀ ਬਾਹਰ ਆਣ? ਕਿ ਆਪਾਂ ਸੱਚ ਵੀ ਨਹੀਂ ਬੋਲ ਸਕਦੇ? ਸੱਚੇ ਸੌਦੇ ਨਾਲ ਜੁੜੇ ਆ, ਸੱਚ ਤਾਂ ਬੋਲ ਹੀ ਸਕਦੇ ਆ ਨਾ। ਬੱਬਰ ਸ਼ੇਰ ਦੇ ਬੱਚੇ ਹੈਗੇ ਆ, ਥੋੜੀ ਆ ਵੀ ਚਲੋ ਜੀ ਜੋ ਹੋ ਗਿਆ ਜੀ ਆਪੇ ਗਿਆ ਆਪੇ ਆ ਜੂ। ਥੋੜੀ ਹੋਈ ਹੁੰਦਾ ਆਪੇ। ਪਿਤਾ ਜੀ ਕਦੋਂ ਸੰਗਤ ਤੋਂ ਬਿਨਾਂ ਤਾਂ 1 ਮਿੰਟ ਨਹੀਂ ਸੀ ਰਹਿੰਦੇ ਪਿਤਾ ਜੀ। ਇੱਥੇ ਗੱਲਾਂ ਕਰਨਾ ਕੁਝ ਨਹੀਂ ਬਣਨਾ। ਹਾਂਜੀ, ਕਿੱਥੇ ਕਰੀਏ? ਤੁਸੀਂ ਉੱਥੇ ਦੱਸ ਦਿਓ, ਮੈਂ ਉੱਥੇ ਬੋਲ ਦੂੰ। ਮੈਨੂੰ ਕੋਈ ਡਰ ਨਹੀਂ ਹੈਗਾ।
ਤੁਸੀਂ ਫਿਰ ਆਪਣੀ ਉਹ ਕਾਰਵਾਈ ਕਿਉਂ ਨਹੀਂ ਕਰਦੇ ਜਾਣੀ? ਕਰਦੇ ਪਏ ਆ ਜਦੋਂ ਕੋਲ ਹੀ ਇੰਨਾ ਕੁਛ ਕਰੀ ਜਾਂਦੇ ਨੇ। ਤੁਹਾਨੂੰ ਨਹੀਂ ਪਤਾ ਤੁਸੀਂ ਜ਼ਿੰਮੇਵਾਰ ਹੋ ਕੇ? ਤੁਹਾਨੂੰ ਨਹੀਂ ਪਤਾ? ਨਹੀਂ ਤੁਸੀਂ ਜ਼ਿੰਮੇਵਾਰ ਹੋ ਕੇ ਤੁਹਾਨੂੰ ਪਤਾ ਨਹੀਂਗਾ ਵੀ ਕਿੰਨੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ। ਤੁਹਾਨੂੰ ਨਹੀਂ ਪਤਾ? ਤੁਸੀਂ ਆਪਣੇ ਜ਼ਮੀਰ ਤੇ ਹੱਥ ਰੱਖ ਕੇ ਦੱਸੋ, ਤੁਹਾਨੂੰ ਨਹੀਂ ਪਤਾ ਵੀ ਪਿਤਾ ਜੀ ਨਾਲ ਸਾਜ਼ਿਸ਼ਾਂ ਕੌਣ ਕਰ ਰਿਹਾ? ਤੁਹਾਨੂੰ ਨਹੀਂ ਪਤਾ? ਤੁਸੀਂ ਦੱਸੋ। ਤੁਸੀਂ ਕਹਿੰਦੇ ਮੈਂ ਤਾਂ ਸ਼ੁਰੂ ਤੋਂ ਹੀ ਹੁੰਦੀਆਂ ਫਿਰ ਆਪਾਂ ਉਸ ਚੀਜ਼ ਦਾ ਵਿਰੋਧ ਕਿਉਂ ਨਹੀਂ ਕਰਦੇ? ਸਭ ਠੀਕ ਹੈ ਨਾ। ਨਹੀਂ ਆਪਾਂ ਉਸ ਚੀਜ਼ ਦਾ ਵਿਰੋਧ ਕਿਉਂ ਨਹੀਂ ਕਰਦੇ? ਜੇ ਆਪਾਂ ਜੇ ਸਾਨੂੰ ਪਹਿਲਾਂ ਸ਼ੁਰੂ ਤੋਂ ਪਤਾ ਲੱਗ ਜਾਂਦਾ ਅਸੀਂ ਕਰਦੇ ਵਿਰੋਧ। ਪਿਤਾ ਜੀ ਦਾ ਹਰ ਹੁਣ ਮੈਂ ਕਹਿੰਦੀ ਮੈਂ ਰੋਜ਼ ਪਿਤਾ ਜੀ ਦੇ 2017 ਦੇ ਰੋਜ਼ ਸਤਸੰਗ ਸੁਣਦੀ, ਔਰ ਹਰ ਸਤਸੰਗ ਦੇ ਵਿੱਚ ਪਿਤਾ ਜੀ ਕਹਿੰਦੇ ਪਏ ਆ ਵੀ ਸਾਡੇ ਨਾਲ ਇਹ ਹੋ ਰਿਹਾ, ਤੁਸੀਂ ਧਿਆਨ ਨਾਲ ਸੁਣੋ ਤਾਂ ਸਹੀ। ਉਹ ਸਾਨੂੰ ਉਹਦਾ ਕਹਿੰਦੇ ਸੀ, ਇਹਨਾਂ ਨੂੰ ਕਹਿੰਦੇ ਸੀ ਤੁਹਾਡੀਆਂ ਤਾਰਾਂ ਕਿੱਥੇ ਜੁੜੀਆਂ, ਸਾਨੂੰ ਸਭ ਪਤਾ, ਅਸੀਂ ਸਮਝੇ ਨਹੀਂ। ਸਾਡੀਆਂ ਗਲਤੀਆਂ ਨਾਲ ਸਾਡੇ ਪਿਤਾ ਜੀ ਸਾਡੇ ਤੋਂ ਦੂਰ ਹੋਏ ਨੇ। ਤੁਸੀਂ ਆਪਣੀਆਂ ਗਲਤੀਆਂ ਸੁਧਾਰ ਲਓ। ਸੁਧਾਰਦੇ ਪਏ ਆ, ਵੋਟ ਨੋਟਾਂ ਨੂੰ ਪਾਵਾਂਗੇ, ਸੁਧਾਰਾਂਗੇ ਹੀ। ਅਸੀਂ ਤਾਂ ਮਾਫੀ ਮੰਗਦੇ, ਰੋਜ਼ ਮਾਫੀ ਮੰਗਦੇ। ਦੇਖੋ ਤੁਸੀਂ ਉਹਦਾ ਵਕੀਲਾਂ ਦੇ ਨਾਮ ਤੇ ਪੈਸੇ ਇਕੱਠੇ ਕਰ ਲਏ ਉਹਦੇ ਹਰਪਾਲ ਬਾਈ ਜੀ ਦੇ ਘਰੇ ਹੈ। ਸੰਦੀਪ ਬਾਈ ਜੀ ਵੀ ਸੀ ਉੱਥੇ, ਤੁਸੀਂ ਵੀ ਸੀਗੇ। ਜਦੋਂ ਕੱਲੀ ਉਹ ਭੈਣ ਨੂੰ ਬੁਲਾ ਕੇ ਤੁਸੀਂ ਕਿਹਾ ਸੀਗਾ ਵੀ ਅਸੀਂ ਵਕੀਲਾਂ ਦੇ ਨਾਮ ਤੇ ਪੈਸੇ ਦੇਣੇ ਆ, ਮੈਂ 5000 ਦਿੱਤਾ। ਤੁਸੀਂ ਕਿਹਾ, ਉਹਨੇ ਸੰਦੀਪ ਨੇ ਕਿਹਾ ਨਹੀਂ ਭੈਣ ਜੀ 10,000 ਕਰ ਲਓ। ਮੈਂ ਉਸ ਵਕਤ 10,000 ਵੀ ਪਰਮਾਰਥ ਕੀਤਾ। ਕੀ ਕੀਤਾ ਵਕੀਲਾਂ ਨੇ ਦੱਸੋ ਮੈਨੂੰ? ਪੈਸੇ ਤਾਂ ਮੈਂ 10,000 ਦੇ ਕੇ ਆਈ ਸੀ ਨਾ। ਉਹ ਮੈਂ ਇਹਨਾਂ ਨੂੰ ਨਹੀਂ ਸੀ ਦਿੱਤੇ ਜ਼ਿੰਮੇਵਾਰਾਂ ਨੂੰ। ਮੈਨੂੰ ਇਹ ਸੀ ਵੀ ਵਿਸ਼ਵਾਸ ਸੀ ਵੀ ਹਾਂ ਸਾਡੇ ਸਤਿਗੁਰ ਲਈ ਵਾਕਈ ਵਕੀਲਾਂ ਦੀ ਜ਼ਰੂਰਤ ਹੈਗੀ ਆ, ਵਧੀਆ ਵਕੀਲ ਕਰਕੇ ਦੇਵਾਂਗੇ। ਫਿਰ ਉਹ ਵਕੀਲਾਂ ਨੇ ਕੀਤਾ ਕੀ ਆ ਤੁਸੀਂ ਦੱਸੋ? ਉਦੋਂ ਤਾਂ ਤੁਸੀਂ ਵੀ ਸੀ ਜਦੋਂ ਮੇਰੇ ਪਰਮਾਰਥ। ਉਹ ਭੈਣ ਅੱਜ ਵੀ ਮੇਰੇ ਮੂਹਰੇ ਆਏ ਨਾ, ਪਛਾਣ ਲੂੰਗੀ ਵੀ ਆਹ ਭੈਣ ਲੈ ਕੇ ਗਈ ਸੀ ਸਾਡੇ ਮੇਰੇ 10,000 ਰੁਪਇਆ। ਜਦੋਂ ਸੁਮਨ ਦੀਦੀ ਨੇ ਕਿਹਾ ਸੀ ਸਿਰਫ ਪੱਕੇ ਸੇਵਾਦਾਰ ਆਣ ਪਾਇਆ, ਹਰਪ੍ਰੀਤ ਬਾਹਰ ਨਾ ਰੌਲਾ ਪਾਈ। ਉਹ ਕਿਉਂ ਪੈਸੇ ਦਵਾਏ ਜਦੋਂ ਤੁਹਾਨੂੰ ਪਤਾ ਸਾਡੇ ਨਕੰਮੇ ਵਕੀਲ ਨੇ? ਤੁਸੀਂ ਕੋਈ ਵਧੀਆ ਵਕੀਲ ਕਰ ਲਓ ਹੈ। ਨਹੀਂ ਤੇ ਤੁਹਾਡਾ ਸਤਿਗੁਰ ਦੇ ਕੋਈ ਫਰਕ ਨਹੀਂ, ਤੁਹਾਡਾ ਕੋਈ ਫਰਜ਼ ਨਹੀਂ। ਤੇ ਤੁਸੀਂ ਸਾਡੇ ਤੋਂ ਪਰਮਾਰਥ ਕਿਉਂ ਇਕੱਠਾ ਕਰਵਾਇਆ 10,000 ਰੁਪਇਆ ਮੇਰਾ? ਮੈਨੂੰ ਤਾਂ ਬੜਾ ਚੁਭਦਾ ਹੈ, ਮੈਂ ਦਿੱਤਾ ਹੈ, ਦਵਾਇਆ ਸੀ ਨਾ ਤੁਸੀਂ। ਜੋ ਅਸੀਂ ਤਾਂ ਕਾਰਵਾਈ ਕਰਨੀ ਸੀ ਉਦੋਂ ਅਸੀਂ ਉਹਨਾਂ ਦੇ ਨਾਲ ਸਹਿਮਤ ਹੋ ਗਏ। ਅਸੀਂ ਪੈਸੇ ਦਿੱਤੇ। ਅਗਰ ਕੋਈ ਗੱਲ ਬਣੀ ਹੈ ਤਾਂ ਇਹਦਾ ਇਹ ਮਤਲਬ ਤਾਂ ਨਹੀਂ ਹੈ ਕਿ ਅੱਗੇ ਵਾਸਤੇ ਕੋਈ ਰਸਤਾ ਹੀ ਨਹੀਂ ਹੁੰਦਾ। ਨਹੀਂ ਫਿਰ ਤੁਸੀਂ ਉਹਨਾਂ ਦੇ ਜ਼ਿੰਮੇਵਾਰਾਂ ਨੂੰ ਪੁੱਛੋ ਨਾ ਜਾ ਕੇ ਵੀ ਅਸੀਂ ਤੁਹਾਨੂੰ ਇੰਨਾ ਪੈਸਾ ਬਲਾਕ ਚੋਂ ਇਕੱਠਾ ਕਰਕੇ ਦਿੱਤਾ, ਤੁਸੀਂ ਕੀ ਕੀਤਾ? ਤੁਹਾਡਾ ਇਹ ਤੁਹਾਡੀ ਜ਼ਿੰਮੇਵਾਰੀ ਆ ਪੁੱਛਣਾ। ਉਹਨਾਂ ਨੂੰ ਪੁੱਛੋ। ਮੇਰੇ ਤਾਂ ਅੱਜ ਵੀ ਉਹ ਭੈਣ ਕਦੇ ਮੇਰੇ ਸਾਹਮਣੇ ਆ ਗਈ, ਮੈਂ ਤਾਂ ਪੁੱਛ ਲੈਣਾ, ਫੜ ਲੈਣਾ ਉਹਨੂੰ ਵੀ ਹਾਂ ਪੈਸੇ ਲੈ ਕੇ ਗਈ ਸੀ, ਕੀ ਕੀਤਾ? ਹਾਂ ਤੁਸੀਂ ਉਹਨੂੰ ਪੁੱਛ ਲਿਓ। ਹਾਂ ਨਹੀਂ ਤੁਸੀਂ ਸਾਰੇ ਬਲਾਕ ਚੋਂ ਪੈਸੇ ਇਕੱਠੇ ਕਰਕੇ ਦਿੱਤੇ, ਤੁਸੀਂ ਉਹਨਾਂ ਨੂੰ ਪੁੱਛੋ ਵੀ ਤੁਸੀਂ ਕੀ ਕੀਤਾ ਉਹ ਪੈਸਿਆਂ ਦਾ, ਕਿਹੜੇ ਵਕੀਲ ਨੂੰ ਦਿੱਤੇ ਆ? ਇਹ ਜਿਹਾ ਕਿਹੜਾ ਨਕੰਮਾ ਵਕੀਲ ਸੀ ਜਿਹੜਾ ਪੈਸੇ ਲੈ ਕੇ ਵੀ ਹਾਰ ਗਿਆ? ਹਰ ਕੇਸ ਹਾਰੀ ਜਾਂਦੇ ਪਿਤਾ ਜੀ, ਹਰ ਕੇਸ ਹਾਰੀ ਜਾਂਦੇ। ਦੇਖੋ ਇਹ ਪਿਤਾ ਜੀ ਨਾਲ ਇੰਨੀਆਂ ਸਾਜ਼ਿਸ਼ਾਂ ਹੋ ਰਹੀਆਂ, ਤੁਸੀਂ ਕਿਉਂ ਨਹੀਂ ਬੋਲਦੇ ਹੈਗੇ? ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ। ਹੈਲੋ ਦੇਖੋ ਤੁਸੀਂ ਆਪਣੀ ਜੋ ਗੱਲ ਕਰਨੀ ਹੈ ਕਰੋ। ਤੁਸੀਂ ਦੂਜੇ ਨੂੰ ਨਾ ਕਿਸੇ ਨੂੰ ਨਾ ਕਹੋ, ਨਾ ਭੜਕਾਓ, ਠੀਕ ਹੈ? ਮੈਂ ਭੜਕਾਉਂਦੀ ਨਹੀਂ, ਮੈਂ ਤਾਂ ਸਭ ਨੂੰ ਕਹੂੰਗੀ। ਨਹੀਂ ਮੈਂ ਤਾਂ ਭੜਕਾਉਂਦੀ ਨਹੀਂ, ਮੈਂ ਤਾਂ ਹਰ ਇੱਕ ਨੂੰ ਕਹੂੰਗੀ। ਨਾਲ ਪਿਆਰ ਆ, ਸਤਿਗੁਰ ਦੇ ਨਾਲ ਪਿਆਰ ਆ, ਤਦੀ ਤਾਂ ਤੜਫ ਹੈ ਨਾ ਵੀ ਸਾਡੇ ਇੰਨਾ ਕੁਛ ਕੀਤਾ ਸੀ ਕਿਉਂ ਪਾਈਏ ਕਿਸੇ ਨੂੰ ਬੋਲਦੇ? ਇਹ ਤਾਂ ਦੇਖੋ ਨੋਟਾਂ ਦੇ ਵਚਨ ਤਾਂ ਪਿਤਾ ਜੀ ਦੇ ਹੀ ਨੇ ਨਾ। ਇਹ ਤਾਂ ਤੁਸੀਂ ਕਹਿ ਨਹੀਂ ਸਕਦੇ ਵੀ ਇਹ ਪਿਤਾ ਜੀ ਦੇ ਵਚਨ ਨੇ। ਪਿਤਾ ਜੀ ਦੇ ਵਚਨ ਨੇ ਨਾ ਨੋਟਾਂ ਦੇ। ਅਸੀਂ ਤਾਂ ਪਿਤਾ ਜੀ ਦੇ ਵਚਨਾਂ ਤੇ ਚੱਲਣਾ ਹੈਗਾ। ਅਸੀਂ ਆਪਣੇ ਵੱਲੋਂ ਤਾਂ ਕੋਈ ਪ੍ਰਚਾਰ ਨਹੀਂ ਕਰ ਰਹੇ, ਅਸੀਂ ਆਪਣੇ ਸਤਿਗੁਰ ਦੇ ਵਚਨ ਦੱਸਾਂਗੇ ਸਭ ਨੂੰ। ਨਹੀਂ ਜੇ ਨੋਟਾਂ ਦਾ ਵਚਨ ਪਿਤਾ ਜੀ ਦਾ, ਤਾਂ ਫਿਰ ਪਿਤਾ ਜੀ ਨੇ ਖੁਦ ਕਿਉਂ ਬੀਜੇਪੀ ਨੂੰ ਵੋਟ ਪਾਈ ਸੀ? ਸਾਨੂੰ ਕੀ ਇਸ ਚੀਜ਼ ਦਾ ਕੀ ਪ੍ਰੂਫ ਆ ਕਿ ਪਿਤਾ ਜੀ ਨੇ ਬੀਜੇਪੀ ਨੂੰ ਵੋਟ ਪਾਈ ਸੀ? ਹੈਗਾ ਕੋਈ ਪ੍ਰੂਫ? ਬੀਜੇਪੀ, ਹਾਂ ਬਿਲਕੁਲ ਬੀਜੇਪੀ। ਮੈਨੂੰ ਪ੍ਰੂਫ ਭੇਜਿਓ, ਫਿਰ ਅਸੀਂ ਬੀਜੇਪੀ ਨੂੰ ਵੋਟ ਪਾ ਦਾਂਗੇ। ਪਤਾ ਨਾ ਕਿਉਂ ਪਤਾ? ਲੋਕੀ ਤਾਂ ਝੂਠ ਬਹੁਤ ਬੋਲਦੇ ਆ। ਹੁਣ ਤਾਂ ਸਾਨੂੰ ਕਿਸੇ ਤੇ ਵਿਸ਼ਵਾਸ ਨਹੀਂ। ਜ਼ਿੰਮੇਵਾਰ ਜਿੰਨਾ ਜ਼ਿਆਦਾ ਝੂਠ ਬੋਲਦੇ ਆ ਨਾ, ਕੋਈ ਬੋਲਦਾ ਹੀ ਨਹੀਂ ਹੈ। ਹਜੇ ਆਮ ਸੰਗਤ ਡਰਦੀ ਆ, ਜ਼ਿੰਮੇਵਾਰਾਂ ਨੂੰ ਤਾਂ ਬਿਲਕੁਲ ਹੀ ਡਰ ਚੁੱਕਿਆ ਗਿਆ। ਮੈਂ ਬਹੁਤ ਜ਼ਿੰਮੇਵਾਰਾਂ ਨੂੰ ਦੇਖਿਆ, ਮੈਂ ਤੁਹਾਨੂੰ ਨਹੀਂ ਕਹਿ ਰਹੀ, ਮੈਂ ਵੈਸੇ ਬਹੁਤ ਜ਼ਿੰਮੇਵਾਰਾਂ ਨੂੰ ਦੇਖਿਆ। ਜ਼ਿੰਮੇਵਾਰਾਂ ਨੂੰ ਤਾਂ ਬਸ ਭੇਡਾਂ ਵਾਂਗੂ ਸੰਗਤਾਂ ਨੂੰ ਲਾਇਆ ਹੋਇਆ, ਉੱਥੇ ਨਿੰਬੂ ਪਾਣੀ ਵੰਡ ਦੋ, ਉੱਥੇ ਮਾਸਕ ਵੰਡ ਦੋ, ਉੱਥੇ ਆਹ ਕਰ ਦੋ। ਆਹ ਕੰਮ ਸਿਖਾ ਕੇ ਗਏ ਸੀ ਪਿਤਾ ਜੀ ਸਾਨੂੰ। ਚਿੱਠੀਆਂ ਉਹ ਸਾਰੀਆਂ ਫੇਕ ਆ ਰਹੀਆਂ ਨੇ, ਕੋਈ ਚਿੱਠੀ ਸੱਚ ਨਹੀਂ ਹੈਗੀ। ਉਹਨਾਂ ਨੂੰ ਪੜ੍ਹ ਕੇ ਲੱਗਦਾ ਹੀ ਨਹੀਂ ਵੀ ਇਹ ਪਿਤਾ ਜੀ ਦੀ ਚਿੱਠੀ ਆ। ਸੰਗਤ ਉਦਾਂ ਹੀ ਮੰਨੀ ਜਾਂਦੀ ਹੈ, ਪਤਾ ਨਹੀਂ ਸੰਗਤ ਦੇ ਦਿਮਾਗ ਤੇ ਕੀ ਅਸਰ ਹੋਇਆ ਹੋਇਆ।
ਹੈਲੋ, ਤੁਸੀਂ ਜੋ ਗਲਤ ਹੋ ਰਿਹਾ ਤੁਸੀਂ ਉਸ ਨੂੰ ਸੁਧਾਰ ਲਓ। ਫਿਰ ਤੁਸੀਂ ਸੁਧਾਰਦੇ ਤੇ ਪਏ ਆ, ਤਾਂ ਹੀ ਤਾਂ ਪ੍ਰਚਾਰ ਕਰਦੇ ਪਏ ਆ, ਤਾਂ ਹੀ ਤਾਂ ਕਹਿੰਦੇ ਪਿਤਾ ਜੀ ਦੇ ਬਚਨ ਮੰਨੋ, ਨੋਟਾਂ ਨੂੰ ਬਟਨ ਵੋਟ ਪਾਓ, ਇਹਨਾਂ ਨੂੰ ਘਰ ਬਿਠਾਓ। ਨੋਟਾਂ ਨੂੰ ਤਾਂ ਦੱਬਣਾ ਨਹੀਂ, ਇਸ ਤੋਂ ਬੀਜੇ ਨੂੰ ਪਾਉਣੀ ਹੈ। ਇਹਦਾ ਮਤਲਬ ਤਾਂ ਫਿਰ ਤੁਸੀਂ ਸਤਿਗੁਰ ਦੇ ਹੈ ਹੀ ਨਹੀਂ, ਦਿਖਾਵਾ ਏ। ਇਹ ਤਾਂ ਤੁਸੀਂ ਜਾਣੋ, ਜੋ ਮਰਜ਼ੀ ਕਹੀ ਜਾਓ, ਸਤਿਗੁਰ ਤਾਂ ਸਭ ਦੇ ਅੰਦਰ। ਤੁਸੀਂ ਵੀ ਸੰਗਤ ਨੂੰ ਦੇਖੋ, ਗੁੰਮਰਾਹ ਨਾ ਕਰੋ ਕਿ ਬੀਜੇਪੀ ਨੂੰ ਵੋਟ ਪਾਓ। ਤੁਸੀਂ ਸਿਰਫ ਕਹੋ ਆਪਣੇ ਸਤਿਗੁਰ, ਆਪਣੇ ਪੀਰ ਫਕੀਰ ਦੀ ਮੰਨੋ, ਆਪਣੇ ਜ਼ਮੀਰ ਦੀ ਮੰਨੋ। ਸਾਡਾ ਜ਼ਮੀਰ ਤਾਂ ਸਾਡੇ ਸਤਿਗੁਰ ਦੇ ਨਾਲ ਆ। ਗੱਲ ਸੁਣੋ, ਹਾਂਜੀ, ਮੈਂ ਕਿਸੇ ਨੂੰ ਨਹੀਂ ਕਹਿੰਦਾ, ਹਾਂ, ਲੇਕਿਨ ਤੁਸੀਂ ਮੈਨੂੰ ਮੈਸੇਜ ਪਾਇਆ ਤਾਂ ਮੈਂ ਤੁਹਾਨੂੰ, ਮੈਂ ਤਾਂ ਕਹਿੰਦੀ ਵਿਦ ਪ੍ਰੂਫ, ਜਦੋਂ ਤੁਸੀਂ ਕਿਹਾ ਸੀ ਵੀ ਇਹ ਜਿਹੀਆਂ ਪੋਸਟਾਂ ਨਾ ਪਾਇਆ ਕਰੋ, ਮੈਂ ਤੁਹਾਨੂੰ ਕੀ ਕਿਹਾ ਸੀ, ਤੁਹਾਨੂੰ ਸੱਚ ਪਸੰਦ ਨਹੀਂ ਆਏਗਾ। ਦੇਖੋ ਵਿਦ ਪ੍ਰੂਫ ਅਗਲਾ ਬੋਲ ਰਿਹਾ ਹੈ ਸਭ ਕੁਛ। ਤੁਸੀਂ ਸੱਚ, ਮੇਰੀ ਗੱਲ ਸੁਣੋ, ਸੱਚ ਤੁਸੀਂ ਆਪਦੇ ਕੋਲ ਰੱਖੋ। ਅੱਛਾ ਜੀ, ਠੀਕ ਹੈ ਨਾ, ਹਾਂ, ਆਪਦੇ ਕੋਲ। ਤੁਸੀਂ ਵੀ ਨਾ ਸੱਚੇ ਸੌਦੇ ਦੇ ਪ੍ਰੇਮੀ ਹੋਣ ਦਾ ਦਿਖਾਵਾ ਨਾ ਕਰੋ। ਤੁਸੀਂ ਵੀ ਸੰਗਤ ਨੂੰ ਗੁੰਮਰਾਹ ਨਾ ਕਰੋ, ਠੀਕ ਹੈ ਜੀ। ਤੁਸੀਂ ਵੀ ਕਿਸੇ ਨੂੰ ਇਹ ਨਾ ਕਹੋ ਬੀਜੇਪੀ ਨੂੰ ਵੋਟ ਪਾਓ। ਮੈਂ ਕਿਸੇ ਨੂੰ ਪਤਾ ਨਾ ਦੇਖੋ, ਪੰਚਕੂਲੇ ਜਿਹੜੀ ਕਿਤੇ ਦੀ ਵੀਡੀਓ ਆਈ ਸੀ, ਉਹ ਤੁਸੀਂ ਮਨਾ ਕੀਤੀ ਸੀ ਦਿਖਾਉਣ ਨੂੰ। ਇਸ ਚੀਜ਼ ਦੀ ਮੈਂ ਗਵਾਹ ਹੈਗੀ ਹੈ, ਮੈਨੂੰ ਪਤਾ ਹੈ, ਔਰ ਮੇਰੇ ਅੰਦਰੋਂ ਜ਼ਰੂਰ ਸੀਗਾ ਵੀ ਕੁਛ ਨਾ ਕੁਛ ਤਾਂ ਹੈ, ਕੁਛ ਨਾ ਕੁਛ ਤਾਂ ਹੈ। ਤੁਸੀਂ ਉਹ ਵੀਡੀਓ ਤੁਹਾਨੂੰ ਦਿਖਾ ਰਹੇ ਸੀ ਬਾਰ-ਬਾਰ, ਤੁਸੀਂ ਮਨਾ ਕੀਤਾ ਸੀ ਨਹੀਂ ਦਿਖਾਣੀ। ਇਸ ਚੀਜ਼ ਨੂੰ ਮੈਨੂੰ ਇਹ ਨਹੀਂ ਸੀ ਪਤਾ ਪਿਤਾ ਜੀ ਕੀ ਬਚਨ ਕਰ ਰਹੇ, ਲੇਕਿਨ ਮੈਨੂੰ ਇੰਨਾ ਪਤਾ ਸੀ ਪਿਤਾ ਜੀ ਬੋਲ ਰਹੇ ਆ, ਤੁਸੀਂ ਵੀਡੀਓ ਦਿਖਾ ਰਹੇ ਸੀ। ਉਹ ਤਾਂ ਜਦੋਂ ਵੀਡੀਓ ਬਾਅਦ ਚ ਵਾਇਰਲ ਹੋਈ ਉਦੋਂ ਪਤਾ ਲੱਗਿਆ ਸੀ। ਪਿਤਾ ਜੀ ਨੇ ਕਿਹਾ ਸੀ ਪੰਚਕੂਲਾ ਕਿਸੇ ਨੇ ਨਹੀਂ ਜਾਣਾ, ਮੇਰਾ ਫੈਸਲਾ ਮੈਂ ਸੁਣਨਾ। ਇਹ ਸਾਨੂੰ ਬਾਅਦ ਚ ਪਤਾ ਲੱਗਿਆ। ਤੇ ਇਹ ਗੁੰਮਰਾਹ ਕਰਨ ਵਾਲਾ ਕੰਮ ਨਹੀਂ ਹੈਗਾ। ਤੁਸੀਂ ਉਦੋਂ ਹੀ ਕਹਿੰਦੇ ਵੀ ਪਿਤਾ ਜੀ ਦੇ ਆਹ ਬਚਨ ਆਏ ਆ ਸੰਗਤ ਜੀ ਵੀ ਭਾਈ ਤੁਸੀਂ ਆਪਣਾ ਜਾਣਾ, ਆਪਣਾ ਇੰਤਜ਼ਾਮ ਜਿਵੇਂ ਮਰਜ਼ੀ ਕਰਕੇ ਨਿਕਲ ਲਓ ਇੱਥੋਂ। ਤੁਸੀਂ ਉਸ ਵਕਤ ਸਾਨੂੰ ਕਹਿੰਦੇ, ਤੁਸੀਂ ਕੁਛ ਨਹੀਂ ਕਿਹਾ, ਦੂਜੇ ਦਿਨ ਵੀ ਨਹੀਂ ਕੁਛ ਕਿਹਾ ਸ਼ਾਮ ਤੱਕ। ਜਦੋਂ ਸ਼ਾਮ ਨੂੰ ਡੰਡੇ ਸੁੱਟੀਆਂ ਚੱਲ ਗਏ ਉਦੋਂ ਵੀ ਨਹੀਂ ਹੋਇਆ। ਇਹ ਪਤਾ ਸੀ ਜ਼ਿੰਮੇਵਾਰਾਂ ਨੂੰ ਸਭ ਕੁਛ, ਤੁਹਾਨੂੰ ਵੀ ਪਤਾ ਸੀ। ਨਹੀਂ, ਉੱਥੇ ਡੰਡੇ ਸੁੱਟੀਆਂ ਚਲਾਉਣ ਵਾਸਤੇ ਕਿਹਨੇ ਕਿਹਾ ਸੀ? ਇਹ ਤਾਂ ਹੁਣ ਜ਼ਿੰਮੇਵਾਰਾਂ ਨੂੰ ਪਤਾ ਹੋਗਾ ਜਿਨ੍ਹਾਂ ਨੇ ਸਾਜ਼ਿਸ਼ਾਂ ਰਚੀਆਂ ਸੀ। ਉੱਥੇ 45 ਮੈਂਬਰ ਭੈਣਾਂ ਕਹਿੰਦੀਆਂ ਸੀ ਸਾਧ ਸੰਗਤ ਜੀ ਤੁਹਾਨੂੰ ਕੋਈ ਵੀ ਕੁਛ ਕਹੇ ਤੁਸੀਂ ਵਾਪਸ ਨਹੀਂ ਜਾਣਾ, ਤੁਹਾਨੂੰ ਕੋਈ ਵੀ ਕੁਛ ਆ ਕੇ ਕਹੇ ਤੁਸੀਂ ਵਾਪਸ ਨਹੀਂ ਜਾਣਾ। ਉਹ 45 ਮੈਂਬਰ ਭੈਣਾਂ ਨੂੰ ਅਸੀਂ ਪਛਾਣ ਲਾਂਗੇ, ਅਸੀਂ ਉਹਨਾਂ ਦੀ ਮਤਲਬ ਕਿ ਸਾਨੂੰ ਅੱਜ ਵੀ ਉਹ ਕਿਤੇ ਮਿਲ ਜਾਣ ਨਾ, ਅਸੀਂ ਅੱਜ ਵੀ ਉਹਨਾਂ ਨੂੰ ਪੁੱਛ ਲਾਂਗੇ ਵੀ ਹਾਂ ਤੁਸੀਂ ਕੌਣ ਹੁੰਦੀ, ਅਸੀਂ ਕਹਿਣ ਵਾਲੀਆਂ ਜਦੋਂ ਸਾਡੇ ਸਤਿਗੁਰ ਦੇ ਬਚਨ ਸੀਗੇ ਇੱਥੋਂ ਚਲੇ ਜਾਓ, ਫਿਰ ਅਸੀਂ ਆਪੇ ਜਾਂਦੇ ਜਿਵੇਂ ਮਰਜ਼ੀ ਜਾਂਦੇ। ਇਹਦਾ ਮਤਲਬ ਵਿੱਚ ਸਾਜ਼ਿਸ਼ ਕਰਤਾ ਹੀ ਸੀਗੇ ਇਹਨਾਂ ਵਿੱਚ, ਇਹ ਪਲਾਨ ਸੀ, ਪ੍ਰੀ ਪਲਾਨ ਸੀ ਇਹ ਦੰਗਾ ਹੋਣਾ, ਔਰ ਜ਼ਿੰਮੇਵਾਰਾਂ ਨੂੰ ਪਤਾ ਸੀ ਇਸ ਚੀਜ਼ ਦਾ। ਤੁਸੀਂ ਇਹ ਤਾਂ ਦੇਖੋ ਇੰਨਾ ਕੁਛ ਹੋ ਗਿਆ, ਫਿਰ ਵੀ ਤੁਸੀਂ ਕਹਿੰਦੇ ਬੀਜੇਪੀ ਨੂੰ ਵੋਟ ਪਾਓ। ਕਿਉਂ ਬੀਜੇਪੀ ਸਾਡੀ ਲੱਗਦੀ ਨਾ? ਇਹ ਤਾਂ ਤੁਹਾਡੀ ਗੱਲ ਦਾ ਜਵਾਬ ਦਿੱਤਾ ਮੈਂ ਕਿਸੇ ਨੂੰ ਨਹੀਂ ਕਹਿੰਦਾ, ਸਭ ਦੀ ਆਪਣੀ ਆਪਣੀ ਮਰਜ਼ੀ ਹੈ, ਮੈਂ ਕਿਸੇ ਨੂੰ ਨਹੀਂ ਕਹਿੰਦਾ। ਨਹੀਂ ਮੈਂ ਤਾਂ ਤੁਹਾਨੂੰ ਹਮਦਰਦੀ ਕਿਉਂ ਨਹੀਂ ਹੈਗੀ ਆਪਣੀ ਸੰਗਤ ਨਾਲ, ਆਪਣੇ ਸਤਿਗੁਰ ਦੇ ਨਾਲ? ਆਪਣੇ ਸਤਿਗੁਰ ਨਾਲ ਗਲਤ ਨਹੀਂ ਹੋਇਆ ਦੱਸੋ? ਗਲਤ ਤਾਂ ਸ਼ੁਰੂ ਤੋਂ ਹੀ ਹੁੰਦੇ ਆਇਆ। ਫਿਰ ਤੁਸੀਂ ਜ਼ਿੰਮੇਵਾਰ ਹੋ ਕੇ ਕਿਉਂ ਨਹੀਂ ਵਿਰੋਧ ਕੀਤਾ? ਜਦੋਂ ਸਟੇਜ ਤੇ ਬੈਠ ਕੇ ਸੱਚ ਬੋਲ ਸਕਦੇ ਸੀ, ਅਸੀਂ ਵੀ ਤਾਂ ਉਹਨਾਂ ਦੇ ਬੱਚੇ ਆ, ਅਸੀਂ ਕਿਉਂ ਨਹੀਂ ਸੱਚ ਬੋਲ ਸਕਦੇ? ਤੁਸੀਂ ਵੀ ਕਹਿ ਸਕਦੇ ਸੀ ਸਾਧ ਸੰਗਤ ਸੀ ਆਹ ਜ਼ਿੰਮੇਵਾਰ ਆ, ਆਹ ਗਲਤ ਆਪਾਂ ਇਹਦੇ ਪਿੱਛੇ ਨਹੀਂ ਲੱਗਣਾ। ਉਸ ਵਕਤ ਕਿਉਂ ਨਾ ਅਸੀਂ ਮੰਨਦੇ ਤੁਹਾਡੀ ਗੱਲ? ਉਸ ਟਾਈਮ ਤੁਹਾਨੂੰ ਵੀ ਪਤਾ ਸੀ ਜ਼ਿੰਮੇਵਾਰ ਗਲਤ ਸੀਗੇ। ਸਾਡਾ ਜ਼ਿੰਮੇਵਾਰ, ਮੇਰਾ ਜ਼ਿੰਮੇਵਾਰ ਸਿਰਫ ਔਰ ਸਿਰਫ ਮੇਰਾ ਸਤਿਗੁਰ ਹੈ, ਠੀਕ ਹੈ ਜੀ। ਜੋ ਸਾਡੇ ਸਤਿਗੁਰ ਦੇ ਬਚਨ ਆ, ਨੋਟਾਂ ਦਾ ਬਟਨ, ਅਸੀਂ ਨੋਟਾਂ ਨੂੰ ਹੀ ਵੋਟ ਪਾਣੀ ਆ, ਔਰ ਵੱਧ ਤੋਂ ਵੱਧ ਲੋਕਾਂ ਨੂੰ ਕਹਾਂਗੇ ਵੀ, ਠੀਕ ਹੈ ਜੀ। ਤੁਸੀਂ ਜੋ ਮਰਜ਼ੀ ਕਰੋ ਆਪਦਾ ਭਾਈ, ਜਿਵੇਂ ਤੁਹਾਨੂੰ ਚੰਗਾ ਲੱਗਦਾ ਕਰੋ, ਠੀਕ ਹੈ। ਪਰ ਇਹ ਆ ਵੀ ਤੁਸੀਂ ਮੈਨੂੰ ਇਹ ਜੀ ਪੋਸਟ ਨਾ ਪਾਓ। ਨਹੀਂ ਫਿਰ ਅਸੀਂ ਤੁਹਾਨੂੰ ਨਾ ਮੰਨੀਏ ਵੀ ਤੁਸੀਂ ਡੇਰੇ ਦੇ ਪ੍ਰੇਮੀ ਨਹੀਂ ਹੈਗੇ? ਤੁਸੀਂ ਮੰਨੋ ਚਾਹੇ ਨਾ ਮੰਨੋ, ਬੰਦਾ ਆਪਣਾ ਆਪਣੇ ਸਤਿਗੁਰ ਦਾ ਆਪ। ਫਿਰ ਤੁਸੀਂ ਵੀ ਜਦੋਂ ਪਰਮਾਰਥ ਇਕੱਠਾ ਕਰਨਾ ਸੀ ਤੁਸੀਂ ਕਿਉਂ ਆਉਂਦੇ ਸੀ ਵਿੱਚ? ਜਦੋਂ ਤੁਸੀਂ ਵਕੀਲਾਂ ਦੇ ਨਾਮ ਤੇ ਪਰਮਾਰਥ ਇਕੱਠਾ ਕੀਤਾ, ਮੇਰੇ ਤੋਂ 10,000 ਰੁਪਇਆ ਲਿਆ, ਉਹ ਕਿਉਂ ਲਿਆ? ਫਿਰ ਉਸ ਵਕਤ ਤੁਸੀਂ ਕਿਉਂ ਨਹੀਂ ਕਿਹਾ ਤੁਸੀਂ ਮੈਨੂੰ ਵੀ ਆਪਾਂ ਨੇ ਕਿੰਨੇ ਵਕੀਲ ਕਰਨੇ ਆ, 10,000 ਰੁਪਏ ਵੀ ਪਰਮਾਰਥ ਦੇ ਦਿਓ? ਮੈਂ ਤਾਂ 5 ਦਿਨ ਦੀ ਸੀ, ਕਹਿ ਕੇ 10 ਦਵਾਇਆ।
ਉਹ ਉਸ ਗੱਲ ਦਾ ਜਵਾਬ ਦਿਓ ਜਦੋਂ ਤੁਸੀਂ 10,000 ਰੁਪਇਆ ਦਵਾਇਆ ਸੀ। ਨਾ ਤੁਹਾਨੂੰ ਸਮਝ ਨਹੀਂ ਹੈ। ਮੈਨੂੰ ਕਾਹਦੀ ਸਮਝ, ਤੁਸੀਂ ਅਸੀਂ ਤਾਂ ਤੁਹਾਡੇ ਤੇ ਯਕੀਨ ਕਰਦੇ ਸੀ ਵੀ ਬਾਕੀ ਸਾਡੇ ਸਤਿਗੁਰ ਲਈ ਵਕੀਲ ਕਰਕੇ ਦੇਣਗੇ। ਚਲੋ ਵਕੀਲ ਕਿਤੇ ਐਵੇਂ ਮੁਫਤ ਤਾਂ ਨਹੀਂ ਕਰਦੇ। ਨਹੀਂ ਫਿਰ ਉਹ ਵਕੀਲਾਂ ਨੇ ਕੀਤਾ ਕੀ ਆ ਤੁਸੀਂ ਦੱਸੋ। ਤੁਸੀਂ ਸਾਡੇ ਤੋਂ ਕਿਉਂ 10,000 ਰੁਪਇਆ ਦਵਾਤਾ? ਫਿਰ ਤੁਸੀਂ ਉਹਨਾਂ ਨੂੰ ਪੁੱਛਿਆ ਕਿਉਂ ਨਹੀਂ ਵੀ ਭਾਈ ਅਸੀਂ ਤਾਂ ਇੰਨਾ ਪੈਸਾ ਇਕੱਠਾ ਕਰਕੇ ਦਿੱਤਾ ਜੀ ਆਪਣੇ ਬਲਾਕ ਚ, ਫਿਰ ਕਿਉਂ ਕੇਸ ਆ ਰਹੇ? ਸਭ ਨੇ ਆਪਣੀ ਮਰਜ਼ੀ ਨਾਲ ਦਿੱਤਾ, ਮਰਜ਼ੀ ਨਾਲ ਤਾਂ ਦਿੱਤਾ ਸੀਗਾ, ਪਰ ਸਾਨੂੰ ਤਾਂ ਪਤਾ ਸੀ ਨਾ। ਨਹੀਂ ਭਾਈ ਜੀ ਇਸ ਕੰਮ ਵਾਸਤੇ ਆਏ ਨੇ। ਅੰਦਰ ਵੜ ਕੇ ਕਿਉਂ ਦਿੱਤਾ? ਉਹਨੂੰ ਨਾ ਪਤਾ ਲੱਗ ਜਾਵੇ, ਉਹਨੂੰ ਨਾ ਪਤਾ ਲੱਗ ਜੇ। ਇਹ ਤਾਂ ਮੈਨੂੰ ਕੱਲ ਹੀ ਬਾਅਦ ਚ ਪਤਾ, ਹੁਣ ਸਮਝ ਆਉਂਦੀ ਆ। ਤੇ ਸੁਮਨ ਦੀਦੀ ਨੇ ਕਿਉਂ ਕਿਹਾ ਸੀਗਾ ਵੀ ਕਿਸੇ ਨੂੰ ਦੱਸਣਾ ਨਹੀਂ ਹੈਗਾ ਹਰਪ੍ਰੀਤ, ਸਿਰਫ ਜਿਹੜੇ ਪਿਤਾ ਜੀ ਨੂੰ ਜ਼ਿਆਦਾ ਮੰਨਦੇ ਬਸ ਉਹਨਾਂ ਤੇ ਹੀ ਲੈਣਾ, ਬਾਕੀਆਂ ਨੂੰ ਨਹੀਂ ਉਹ ਕਰਨਾ। ਮੈਂ ਕਿਹਾ ਸੀ ਸਾਰੀ ਸੰਗਤ ਨੂੰ ਬੁਲਾ ਕੇ ਕਹਿ ਦੋ ਪਰਮਾਰਥ ਲਈ। ਉਹਨੇ ਕਿਹਾ ਨਹੀਂ ਸਾਰਿਆਂ ਨੂੰ ਨਹੀਂ ਬੁਲਾਣਾ, ਵੀ ਵਿੱਚੋਂ ਪ੍ਰੇਮੀ ਬੁਲਾਣੇ ਆ। ਤੁਸੀਂ ਵੀ ਤਾਂ ਸੀਗੇ ਨਾ ਉੱਥੇ, ਤੁਸੀਂ ਉਦੋਂ ਕਿਉਂ ਨਹੀਂ ਬੁਲਾਇਆ? ਸਤਿਗੁਰ ਤਾਂ ਸਾਡੇ ਸੀ ਨਾ। ਹਰੇਕ ਬੰਦਾ ਸਮਝਦਾਰ ਹੈ ਜੀ। ਅਸੀਂ ਤਾਂ ਸਮਝਦਾਰ ਹੈ ਨਹੀਂ ਜੀ। ਸਾਨੂੰ ਇਹ ਸੀਗਾ ਵੀ ਸਾਡੇ ਸਤਿਗੁਰ ਨੇ ਜਿਵੇਂ ਤਿਵੇਂ ਵਰਤੀ ਕਰਕੇ ਬਾਹਰ ਆ ਜਾਣ, ਕਿਉਂਕਿ ਉਹ ਨਿਰਦੋਸ਼ ਸਾਬਿਤ ਹੋ ਜਾਣ। ਸਾਨੂੰ ਕੀ ਪਤਾ ਸੀ ਇਹ ਤਾਂ ਸਾਰਾ ਫਰਾਡ ਆ, ਵੀ ਸਾਡੇ ਤਾਂ 10,000 ਰੁਪਇਆ ਲਿਆ ਗਿਆ, ਸਾਰਾ ਉਹ ਕੀਤਾ ਸਾਡੇ ਜ਼ਿੰਮੇਵਾਰਾਂ ਨੇ ਕਰਵਾਇਆ। ਮੈਂ ਤਾਂ ਜਿੱਥੇ ਮਰਜ਼ੀ ਸੁਣ ਲਓ, ਮੈਂ ਉੱਥੇ ਕਹਿਣ ਨੂੰ ਤਿਆਰ ਆ ਵੀ ਮੈਂ 10,000 ਰੁਪਇਆ ਦਿੱਤਾ, ਆ ਇਹਨੂੰ ਦਿੱਤਾ, ਭੈਣ ਨੂੰ ਦਿੱਤਾ, ਆ ਪ੍ਰੇਮੀ ਵਿੱਚ ਸੀਗੇ, ਸੰਦੀਪ ਸੀਗਾ, ਤੁਸੀਂ ਸੀ, ਪੂਰਨ ਸੀ, ਹਰਪਾਲ ਬਾਈ ਜੀ ਦੇ ਘਰੇ ਦਿੱਤਾ। ਜਿਹਨੇ ਬਾਈ ਜੀ ਆਪਣੀ ਹੱਕ ਹਲਾਲ ਦੀ ਕਮਾਈ ਤੇ ਦੇਣਾ ਹੋਵੇ ਉਹਨੂੰ ਦੁੱਖ ਲੱਗਦਾ ਹੀ ਆ। ਉਹਦੇ ਹੀ ਮਨਾ ਕਰ ਦਿੰਦੇ। ਸਾਨੂੰ ਕੀ ਪਤਾ ਸੀ ਸਾਡੇ ਨਾਲ ਧੋਖਾ ਹੋ ਰਿਹਾ? ਸਾਨੂੰ ਕੀ ਪਤਾ ਸੀ? ਇਹ ਤਾਂ ਤੁਸੀਂ ਪੁੱਛਣਾ ਸੀਗਾ ਵੀ ਭਾਈ ਅਸੀਂ ਇੰਨਾ ਪੈਸਾ ਦਿੱਤਾ, ਕੀਤਾ ਕੀ ਆ? ਮਤਲਬ ਤੁਸੀਂ ਬੁਰਾਈ ਦੇ ਬਚਨਾਂ ਤੇ ਫਿਰ ਅਮਲ ਨਹੀਂ ਕਰਦੇ? ਨਹੀਂ ਪਿਤਾ ਜੀ ਨੇ ਕਦੋਂ ਕਿਹਾ ਸੀਗਾ ਮੇਰੇ ਨਾਮ ਤੇ 10,000 ਰੁਪਇਆ ਇਕੱਠਾ ਕਰਦੇ ਫਿਰੋ ਤੁਸੀਂ ਵਕੀਲਾਂ ਦੇ ਨਾਮ ਤੇ? ਮੇਰੀ ਗੱਲ ਸੁਣੋ, ਪਿਤਾ ਜੀ ਨੇ ਕਿਹਾ ਸੀ ਨਾ ਵੀ ਭਾਈ ਚਾਹੇ ਕੋਈ ਸਾਡੇ ਕੋਲ ਵੀ ਕਰਦਾ ਹੋਵੇ। ਉਦੋਂ ਕਿਉਂ ਨਹੀਂ ਕਿਹਾ ਤੁਸੀਂ ਸਾਨੂੰ? ਅਸੀਂ ਤਾਂ ਹੁਣ ਸਮਝੇ ਨਾ, ਸਾਨੂੰ ਸਾਜ਼ਿਸ਼ ਦਾ ਪਤਾ ਹੀ ਨਹੀਂ ਸੀ। ਸਾਨੂੰ ਤਾਂ ਹੁਣ ਅਸੀਂ ਆਪ ਸਰਸੇ ਗਏ। ਜੇ ਤੁਸੀਂ ਕਹਿ ਦਿੰਦੇ ਨਾ ਸਾਨੂੰ ਇਹ ਜਿਹੇ ਪੋਸਟਾਂ ਨਾ ਪਾਇਆ ਕਰੋ, ਮੇਰੀ ਗੱਲ ਸੁਣੋ, ਪੋਸਟਾਂ ਨਾ, ਖੁਦ ਮੈਂ ਆਪ ਗਈਆਂ ਸਰਸੇ, ਅਸੀਂ ਸਭ ਕੁਝ ਸੁਣਿਆ ਦੇਖਿਆ, ਤਦ ਹੀ ਸਾਨੂੰ ਪਤਾ ਲੱਗਿਆ ਵੀ ਹਾਂ ਇਹ ਟੀਮ ਸਾਡੇ ਸਤਿਗੁਰ ਦੇ ਹੱਕ ਵਿੱਚ ਖੜੀ ਆ। ਬਚਨਾ ਸਮਝ ਆਈ ਹੈ। ਹਾਂ ਫਿਰ ਸਾਡੇ ਜ਼ਿੰਮੇਵਾਰਾਂ ਨੂੰ ਵੇਖੋ ਬਣਾਈ ਕੇ ਦੇ ਦਿਓ ਜੀ, ਪਰਮਾਰਥ ਦੇ ਦਿਓ, ਪਰਮਾਰਥ ਹੁਸ਼ਿਆਰ ਚਾਹੀਦਾ। ਹੁਸ਼ਿਆਰ ਹੋ ਗਏ ਨਾ, ਹੁਣ ਹੋ ਗਏ ਨਾ, ਅਸੀਂ ਤਾਂ ਹੁਣ ਹੁਸ਼ਿਆਰ ਹੋਏ ਆ। ਨਹੀਂ ਅਸੀਂ ਤਾਂ ਹੁਣ ਦੇਖ ਕੇ ਜਦੋਂ ਸਾਨੂੰ ਪਤਾ ਲੱਗਿਆ ਸਾਜ਼ਿਸ਼ ਹੋਈਆਂ, ਅਸੀਂ ਤਾਂ ਹੁਣ ਹੁਸ਼ਿਆਰ ਹੋਏ ਆ। ਹੁਣ ਅਸੀਂ ਕਹਿੰਦੇ ਵੀ ਹਾਂ ਸਾਡੇ ਜ਼ਿੰਮੇਵਾਰ ਗਲਤ ਨੇ, ਕਦੇ ਆਮ ਕਹਿੰਦੇ ਆ ਜ਼ਿੰਮੇਵਾਰ ਗਲਤ ਆ ਸਾਡੇ। ਹੁਣ ਸਾਡੇ ਤੇ 1 ਰੁਪਈਆ ਵੀ ਜੇ ਦੇ ਦੇਵਾਂ ਤਾਂ ਜੋ ਮਰਜ਼ੀ ਕਹਿ ਦਿਓ, ਉਹ ਤੁਹਾਡੀ ਮਰਜ਼ੀ ਆਪਣੀ ਹੈ ਜੀ, ਮਰਜ਼ੀ ਕਰੋ ਤੁਸੀਂ। ਪਹਿਲਾਂ ਅਸੀਂ ਜ਼ਿੰਮੇਵਾਰਾਂ ਦੇ ਸਾਨੂੰ ਨਹੀਂ ਸੀ ਪਤਾ ਸਾਜ਼ਿਸ਼ਾਂ, ਕਿਉਂਕਿ ਅਸੀਂ ਕਦੇ ਇੰਨਾ ਗਹਿਰਾਈ ਤੱਕ ਗਏ। ਅਸੀਂ ਖੁਦ ਮੈਂ ਪ੍ਰੂਫ ਦੇਖ ਕੇ ਆਈਆਂ, ਮੈਂ ਕੋਈ ਅਨਪੜ੍ਹ ਨਹੀਂ ਹੈਗੀ, ਮੈਂ ਪ੍ਰੂਫ ਦੇਖ ਕੇ ਮੀਟਿੰਗ ਅਟੈਂਡ ਕਰਕੇ ਫਿਰ ਮੈਨੂੰ ਪਤਾ ਵੀ ਇਹ ਟੀਮ ਸਿਰਫ ਔਰ ਸਿਰਫ ਸਤਿਗੁਰ ਲਈ ਕੰਮ ਕਰਦੀ ਆ, ਔਰ ਕਾਮਯਾਬ ਵੀ ਜ਼ਰੂਰ ਹੋਵਾਂਗੇ। ਤੁਸੀਂ ਇਹ ਭੁਲੇਖਾ ਛੱਡ ਦਿਓ ਵੀ ਸਤਿਗੁਰ ਲਈ ਅਸੀਂ ਕੁਝ ਨਹੀਂ ਕਰਦੇ ਪਏ, ਕਰਾਂਗੇ। ਸਾਡੀ ਆਤਮਾ ਦੀ ਸੱਚੀ ਪੁਕਾਰ ਆ ਨਾ, ਤਾਂ ਸਾਡਾ ਸਤਿਗੁਰ ਜ਼ਰੂਰ ਸਾਡੀ ਸੁਣੂਗਾ। ਬਿਲਕੁਲ ਕਰੋ ਜੀ, ਕਰੋ, ਵਧੀਆ ਗੱਲ ਹੈ। ਹਾਂ ਪਰ ਅਸੀਂ ਹੁਣ ਮੈਂ ਜਿੰਨੇ ਹਾਂਜੀ ਸਭ ਆਪਦਾ ਜ਼ਿੰਮੇਵਾਰ ਹੈ, ਕਰੋ ਤੁਸੀਂ। ਹਾਂ ਜ਼ਿੰਮੇਵਾਰ ਤਾਂ ਸਾਨੂੰ ਦਬਾਉਂਦੇ ਪਏ ਨੇ, ਦੇ ਦਿਓ ਜੀ ਪਰਮਾਰਥ, ਸਿਰਫ ਪਰਮਾਰਥ ਹੀ ਰਹਿ ਗਿਆ। ਭੈਣਾਂ ਦਾ ਤੁਸੀਂ ਸੜਕਾਂ ਤੇ ਜਲੂਸ ਕਢਾ ਦਿੰਦੇ ਹੋ, ਨਿੰਬੂ ਪਾਣੀ ਦਾ ਆਹ ਦੋ, ਕਿੰਨਾ ਬੁਰਾ ਲੱਗਦਾ, ਦੇਖਣ 'ਚ ਹੀ ਬੁਰਾ ਲੱਗਦਾ। ਸਾਨੂੰ ਗਰੀਨੈਸ ਦੀਆਂ ਵਰਦੀਆਂ ਸਤਿਗੁਰ ਨੇ ਇਹ ਦਿੱਤੀਆਂ ਸੀ ਵੀ ਸੜਕਾਂ ਤੇ ਪਾ ਕੇ ਫਿਰੀਏ ਅਸੀਂ। ਫਿਰ ਇਹਨੇ ਕਦੋਂ ਕਿਹਾ ਸੀਗਾ ਵੀ ਹਸਪਤਾਲਾਂ 'ਚ ਜਾ ਕੇ ਤੁਸੀਂ ਫਰੂਟ ਵੰਡੋ? ਦੇਖਣ 'ਚ ਦੂਜਾ ਬੰਦਾ ਦੇਖੋ ਸਾਨੂੰ ਮਜ਼ਾਕ ਕਰਦਾ, ਤੁਸੀਂ ਕਹਿੰਦੇ ਨਾ ਇਹ ਬਹੁਤ ਵਧੀਆ ਕਰਦੇ ਆ, ਸਾਨੂੰ ਨੌਨ ਸਤਸੰਗੀ ਮਜ਼ਾਕ ਕਰਦੇ ਵੀ ਆਹ ਕੀ ਹੋ ਰਿਹਾ, ਤੁਸੀਂ ਤਾਂ ਡੇਰੇ ਸੱਚੇ ਸੌਦੇ ਵਾਲੇ ਹੋ। ਉਸ ਗੱਲ ਦਾ ਅਸੀਂ ਕੀ ਜਵਾਬ ਦੇ ਸਕਦੇ? ਸਾਨੂੰ ਪੁੱਛੋ। ਕੋਈ ਕੁਝ ਵੀ ਕਰੇ, ਤੁਸੀਂ ਆਪਦਾ ਸਹੀ ਕਰੋ। ਹਾਂ ਪਰ ਜਿਹੜੀ ਜਿਸ ਚੀਜ਼ ਨਾਲ ਸਾਡੇ ਸਤਿਗੁਰ ਦੀ ਸ਼ਾਨ ਨੂੰ ਫਰਕ ਪੈਂਦਾ ਉੱਥੇ ਤਾਂ ਅਸੀਂ ਬੋਲਾਂਗੇ ਹੀ। ਅਸੀਂ ਤਾਂ ਜਾਂਦੇ ਹੀ ਨਹੀਂ, ਅਸੀਂ ਤਾਂ ਜੋ ਸਾਡਾ ਜ਼ਮੀਰ ਹੀ ਨਹੀਂ ਹੁੰਦਾ ਸੀ ਉਹ ਕੰਮ ਕਰਨਾ ਹੀ ਨਹੀਂ। ਕੋਈ ਕਿਸੇ ਦੇ ਕਹੇ ਤੇ ਕਰਦਾ ਨਹੀਂ, ਕੋਈ ਕਿਸੇ ਦੇ ਕਹੇ ਤੇ ਹਟਦਾ ਨਹੀਂ। ਹਾਂ ਪਰ ਤੁਸੀਂ ਵੀ ਸੰਗਤ ਨੂੰ ਨਾ, ਤੁਸੀਂ ਵੀ ਵਿੱਚ ਹੀ ਹੋ, ਤੁਸੀਂ ਬਾਹਰ ਨਹੀਂ ਹੈਗੇ ਵੀਰ ਜੀ। ਮੈਂ ਤੁਸੀਂ ਉਹ ਕਰਦੇ ਹੋ ਨਾ ਵੀ ਮੈਂ ਵਿੱਚ ਹੀ ਹੋ, ਤੁਸੀਂ ਵੀ। ਮੈਂ ਤਾਂ ਸੰਗਤ ਦੇ ਨਾਲ ਹੈ। ਹਾਂ ਮੈਨੂੰ ਉਹੀ ਤਾਂ ਕਹਿੰਦੇ ਵੀ ਤੁਸੀਂ ਵਿੱਚ ਹੀ ਹੋ, ਜ਼ਿੰਮੇਵਾਰਾਂ ਦੇ ਨਾਲ ਖੜੇ ਹੋਏ ਹੋ।
ਤੁਸੀਂ ਪੰਚਕੂਲਾ ਵਾਲੀ ਵੀਡੀਓ ਨਹੀਂ ਦਿਖਾਈ, ਤਾਂ ਤੁਸੀਂ 10,000 ਦਾ ਪਰਮਾਰਥ ਕਰਵਾ। ਹੁਣ ਪੁੱਛੋ ਨਾ ਵਕੀਲਾਂ ਨੂੰ, ਤੁਸੀਂ ਸਗੋਂ ਸਾਰੀ ਸੰਗਤ ਨੂੰ ਖੜੇ ਹੋ ਕੇ ਕਹੋ ਵੀ ਸੰਗਤ ਜੀ ਅਸੀਂ ਤਾਂ ਆਪਣੇ ਸਤਿਗੁਰ ਲਈ ਸਾਰਿਆਂ ਨੂੰ ਉਹ ਦੇਣੇ ਹੈਗੇ ਆ, ਮੈਮੋਰੰਡਮ ਦੇਣੇ ਆ, ਡੀਸੀ ਨੂੰ ਦੇਵਾਂਗੇ, ਉਹਨੂੰ ਦੇਵਾਂਗੇ, ਇਸ ਤੇ ਰੌਲਾ ਪਾਵਾਂਗੇ ਸਾਡੇ ਸਤਿਗੁਰ ਦੇ ਨਾਲ ਨਜਾਇਜ਼ ਹੋਈ ਆ। ਨਜਾਇਜ਼ ਕਿਉਂ ਨਹੀਂ ਕਰਦੇ ਤੁਸੀਂ? ਜਿਹੜਾ ਕੋਈ ਬੋਲਣ ਚੱਲ ਲੱਗਦਾ ਉਹਨੂੰ ਵੀ ਤੁਸੀਂ ਤਾਂ ਵਿੱਚ ਬਿਠਾ ਲੈਂਦੇ ਹੋ ਵੀ ਨਹੀਂ ਕਹਿਣਾ ਨਹੀਂ, ਆਪੇ ਕੇ ਆਪੇ ਆ ਜਾਓ। ਕਿਉਂ? ਉਹਦੀ ਕੀ ਮਰਜ਼ੀ ਸੀ ਜਾਣ ਦੀ? ਕਿਤੇ ਤਾਂ ਸੰਗਤ ਤੋਂ ਬਿਨਾਂ ਇੱਕ ਪਲ ਨਹੀਂ ਸੀ ਰਹਿੰਦੇ। ਉਹ ਕਿਉਂ ਨਹੀਂ ਦੱਸਦੇ ਤੁਸੀਂ ਸੰਗਤ ਨੂੰ ਵੀ ਆਪਣੇ ਨਾਲ ਜਿਨ੍ਹਾਂ ਨਾਲ ਸਾਜ਼ਿਸ਼ ਹੋਈਆਂ ਨੇ ਆਪਾਂ ਇਹਨਾਂ ਦੇ ਖਿਲਾਫ ਉੱਠਣਾ ਹੈ, ਹਨਾ? ਸੰਗਤ ਨੂੰ ਮੂਰਖ ਨਾ ਬਣਾਓ। ਅਸੀਂ ਭੇਡਾਂ ਤਾਂ ਹੈ ਨਹੀਂ ਵੀ ਜਿਵੇਂ ਤੁਸੀਂ ਕਹੋਗੇ ਉਵੇਂ ਮਗਰ ਲੱਗ ਜਾਾਂਗੇ। ਪਿਤਾ ਜੀ ਨੇ ਕਿਹਾ ਸੀ ਨਾ, ਆਪਣੇ ਪੀਰ ਫਕੀਰ ਦੀ ਸੁਣੋ, ਆਪਣੇ ਜ਼ਮੀਰ ਦੀ ਸੁਣੋ। ਸਾਡਾ ਜ਼ਮੀਰ ਤਾਂ ਇਹੀ ਕਹਿੰਦਾ ਕਿ ਸਾਡਾ ਸਤਿਗੁਰੂ ਨਿਰਦੋਸ਼ ਆ, ਔਰ ਤੁਸੀਂ ਝੂਠ ਬੋਲਦੇ ਹੋ ਸਾਰੇ ਜ਼ਿੰਮੇਵਾਰ। ਤੁਸੀਂ ਕਹਿੰਦੇ ਨਾ ਅਸੀਂ ਜ਼ਿੰਮੇਵਾਰ ਬਹੁਤ ਪਹੁੰਚੇ ਹੋਏ ਆ, ਤੇ ਸਾਡਾ ਸਤਿਗੁਰ ਵੀ ਸਾਨੂੰ ਉਹ ਨਹੀਂ ਹੈਗਾ, ਉਹ ਵੀ ਸਾਨੂੰ ਸਾਰਾ ਕੁਝ ਦੱਸੀ ਜਾਂਦਾ। ਵਧੀਆ ਗੱਲ ਹੈ ਜੀ, ਤੁਸੀਂ ਠੀਕ ਹੈ, ਤੁਸੀਂ ਜ਼ਿੰਮੇਵਾਰ ਹੋ ਸਭ, ਬਸ ਤੁਸੀਂ ਕਿਸੇ ਦੇ ਜ਼ਿੰਮੇਵਾਰ ਨਹੀਂ ਹੋ। ਮੈਂ ਤਾਂ ਕਹਿੰਦੀ ਨਹੀਂ ਮੈਂ ਕਿਸੇ ਦੀ ਜ਼ਿੰਮੇਵਾਰ ਤਾਂ ਤੁਸੀਂ ਜ਼ਿੰਮੇਵਾਰ। ਸੰਗਤ ਨੂੰ ਗੁੰਮਰਾਹ ਨਾ ਕਰੋ ਕਮ ਸੇ ਕਮ। ਅਸੀਂ ਵੀ ਕਿਸੇ ਦੇ ਜ਼ਿੰਮੇਵਾਰ ਨਹੀਂ ਹੈਗੇ, ਅਸੀਂ ਕਿਸੇ ਨੂੰ ਕੁਛ ਨਹੀਂ ਕਹਿੰਦੇ। ਤੇ ਤੁਸੀਂ ਏਦਾਂ ਹੀ ਪਰਮਾਤਮਾ ਦਵਾ ਦਿੰਦੇ ਜ਼ਿੰਮੇਵਾਰੀ ਤੋਂ ਬਿਨਾਂ ਹੀ। ਜਦੋਂ ਲੋੜ ਸੀ ਇਹ ਦਵਾਤਾ ਸੀ, ਪਰ ਹੁਣ ਵੀ ਲੋੜ ਹੁੰਦੀ ਆ ਸੰਗਤ ਵਾਸਤੇ ਤਾਂ ਹੁਣ ਵੀ ਦਿੰਦੇ ਆ। ਅਸੀਂ ਤਾਂ ਪੰਜੀ ਨਹੀਂ ਦਿੰਦੇ, ਆਣ ਤਾਂ ਸਹੀ ਚਿੱਤਰਾਂ ਨਾਲ ਬਾਹਰ ਕੱਢਾਂਗੇ। ਉਹ ਤੁਹਾਡੀ ਆਪਣੀ ਮਰਜ਼ੀ ਹੈ, ਆਪਣੀ ਮਰਜ਼ੀ ਹੈ। ਪਹਿਲਾਂ ਉਹ 10,000 ਦਾ ਹਿਸਾਬ ਦਵੋ, ਮੈਂ ਤਾਂ ਮੰਗੂਗੀ ਉਹ 10,000 ਦਾ ਹਿਸਾਬ ਦਵੋ ਮੈਨੂੰ। ਮੈਂ ਕਿੰਨਾ ਵੱਡਾ ਪਾਪ ਕਰਾਤਾ ਤੁਸੀਂ ਮੇਰੇ ਤੋਂ। ਤੁਸੀਂ ਪਾਪ ਕਰਾਇਆ, ਤੁਸੀਂ ਕਹਿੰਦੇ ਨਹੀਂ ਤੁਸੀਂ ਕਹਿ ਕੇ ਕਰਵਾਇਆ ਵੀ ਆ ਦੇ ਦੇ। ਮੈਨੂੰ ਉਸ ਚੀਜ਼ ਦਾ ਬਹੁਤ ਦੁੱਖ ਹੈ। ਮੈਂ ਤਾਂ ਰੋਜ਼ ਮਾਫੀ ਮੰਗਦੀ ਸਤਿਗੁਰ ਤੋਂ ਵੀ ਮੈਨੂੰ ਬਹੁਤ ਬੜੀ ਗਲਤੀ ਹੋ ਗਈ। ਮੈਂ ਤੁਹਾਡੇ ਕਹਿਣ ਤੇ 10,000 ਦਾ ਪਰਮਾਰਥ ਕੀਤਾ। ਉਸੇ ਪਰਮਾਰਥ ਦਾ ਮੈਨੂੰ ਇੰਨਾ ਅੱਜ ਜ਼ਿਆਦਾ ਦੁੱਖ ਆ ਨਾ। ਪਿਛਲਾ ਕੀਤਾ ਮੈਂ ਸਾਰਾ ਭੁੱਲ ਗਈ, ਪਰ ਮੈਂ ਇਹ ਨਹੀਂ ਭੁੱਲਦੀ ਹੈਗੀ ਕਿਉਂਕਿ ਇਹ ਮੇਰੇ ਸਤਿਗੁਰ ਦੇ ਖਿਲਾਫ ਯੂਜ਼ ਹੋਇਆ। ਮਰਜ਼ੀ ਆ, ਜਿੱਦਾਂ ਮਰਜ਼ੀ ਕਰੋ। ਚਲੋ ਠੀਕ ਹੈ ਜੀ, ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਹਾਂ ਬਸ ਠੀਕ ਹੈ ਜੀ, ਧੰਨ ਧੰਨ ਸਤਿਗੁਰੂ ਤੇਰਾ ਹੀ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਹਾਂਜੀ ਬਾਈ ਜੀ, ਮੈਂ ਕਿਹਾ ਤੁਸੀਂ ਕਹਿੰਦੇ ਸੀ। ਹਾਂਜੀ ਹੁਣ ਠੀਕ ਆ ਰਹੀ ਹੈ ਵੀ ਬੀਜੇਪੀ ਨੂੰ ਵੋਟ ਪਾਓ, ਮਤਲਬ ਕਿ ਕਿਉਂ ਪਾਈ ਅਸੀਂ ਬੀਜੇਪੀ ਨੂੰ ਵੋਟ? ਨਹੀਂ ਫਿਰ ਤੁਸੀਂ ਮੈਸੇਜ ਦੇ ਰਹੇ ਹੋ ਵੀ ਬੀਜੇਪੀ ਦਾ ਵਿਰੋਧ ਕਰੋ। ਹਾਂਜੀ ਕਿਉਂਕਿ ਪੰਚਕੂਲੇ ਇੰਨਾ ਕੁਝ ਹੋਇਆ, ਸਾਡੇ ਸਤਿਗੁਰੂ ਲਈ ਕੁਝ ਨਹੀਂ ਕੀਤਾ। ਫਿਰ ਤਾਂ ਮੇਰੀ ਗੱਲ ਸੁਣੋ। ਹਾਂਜੀ ਮੇਰੀ ਗੱਲ ਸੁਣੋ। ਹਾਂਜੀ ਉਹਨਾਂ ਨੇ ਆਪਣੇ ਨਾਲ ਚਾਹੇ ਤੁਹਾਡੇ ਨਾਲ ਕੁਝ ਵੀ ਕੀਤਾ। ਹਾਂਜੀ ਹਰੇਕ ਬੰਦਾ ਆਪਣੇ ਆਪ ਜ਼ਿੰਮੇਵਾਰ ਹੈ ਨਾ। ਹਾਂਜੀ ਤੁਹਾਡੇ ਨਾਲ ਗਲਤ ਹੋਇਆ ਤੇ ਤੁਸੀਂ ਕਰੋ, ਲੇਕਿਨ ਦੂਜੇ ਨੂੰ ਕਿਉਂ ਕਹਿ ਰਹੇ ਹੋ ਤੁਸੀਂ? ਕਿ ਤੁਹਾਡੇ ਦਾ ਕੋਈ ਗਲਤ ਨਹੀਂ ਹੋਇਆ, ਆਪਣੇ ਨਾਲ ਪੰਚਕੂਲੇ ਹੋਇਆ, ਤੁਹਾਨੂੰ ਇਸ ਚੀਜ਼ ਦਾ ਕੋਈ ਉਹ ਨਹੀਂ ਹੈਗਾ ਵੀ ਆਪਣੇ ਭੈਣ ਭਰਾਵਾਂ ਦਾ ਕੋਈ ਹਮਦਰਦੀ ਨਹੀਂ? ਕੋਈ ਗਲਤ ਨਹੀਂ ਹੋਇਆ। ਅੱਛਾ, ਪੰਚਕੂਲੇ ਦਾ ਕੁਝ ਗਲਤ ਨਹੀਂ ਹੋਇਆ ਹੈ? ਨਹੀਂ, ਬਿਲਕੁਲ ਗਲਤ ਨਹੀਂ ਹੋਇਆ। ਜੋ ਮਾਲਕ ਦੀ ਮਰਜ਼ੀ ਸੀ ਹੋ ਗਿਆ। ਨਹੀਂ, ਇਹ ਪਿਤਾ ਜੀ ਦੀ ਕੀ ਮਰਜ਼ੀ ਸੀ? ਪਿਤਾ ਜੀ ਨੇ 17 ਤਰੀਕ ਦੀ ਮੀਟਿੰਗ 'ਚ ਕਿਹਾ ਨਹੀਂ ਸੀ ਵੀ ਬੇਟਾ अब हमारे बच्चे बताएंगे हम क्या चाहते हैं? मीटिंग तो ਤੁਸੀਂ ਸੁਣੀ ਹੈ ਨਾ ਪਿਤਾ ਜੀ ਦੀ? ਦੇ ਵਿੱਚ ਤਾਂ ਮੈਨੂੰ ਨਹੀਂ ਪਤਾ ਮੀਟਿੰਗ ਦਾ। ਇਹ ਹੈ ਵੀ ਹਰ ਬੰਦਾ ਆਪਣਾ ਆਪਣਾ ਜ਼ਿੰਮੇਵਾਰ ਹੈ। ਅੱਛਾ, ਨਹੀਂ ਜੋ ਪੰਚਕੂਲੇ ਅਸੀਂ ਤਾਂ ਅੱਗੇ ਬੀਜੇਪੀ ਨੂੰ ਅਸੀਂ ਕਿਉਂ ਬੋਲ ਸਪੋਰਟ ਕਰੀਏ ਜਦੋਂ ਉਹਨਾਂ ਨੇ ਸਾਡੇ ਲਈ ਕੁਝ ਕੀਤਾ ਨਹੀਂ? ਸਾਡਾ ਸਤਿਗੁਰੂ ਤੁਹਾਨੂੰ ਨਹੀਂ ਪਤਾ ਵੀ ਪਿਤਾ ਜੀ ਨਿਰਦੋਸ਼ ਹੈ? ਪਿਤਾ ਜੀ ਦੇ ਇਲਜ਼ਾਮ ਲਗਾਏ ਗਏ ਆ। ਕਿਸੇ ਨੂੰ ਨਾ ਕਹੋ ਇਲਜ਼ਾਮ ਅੱਜ ਦੇ ਨਹੀਂ ਲਗਾਏ। ਨਹੀਂ ਤੁਸੀਂ ਡੇਰੇ ਦੇ ਨਹੀਂ, ਤੁਸੀਂ ਪ੍ਰੇਮੀ ਨਹੀਂ ਹੈਗੇ, ਮੈਨੂੰ ਇਹ ਦੱਸੋ। ਇਲਜ਼ਾਮ ਲਗਾਇਆ ਨੂੰ ਬਹੁਤ ਸਾਲ ਪਹਿਲਾਂ ਦੇ ਲੱਗੇ ਹੋਏ ਨੇ। ਇਹ ਉਦੋਂ ਤਾਂ ਬੀਜੇਪੀ ਹੈ ਨਹੀਂ ਸੀ। ਹਾਂ ਠੀਕ ਹੈ ਨਾ, ਉਦੋਂ ਬੀਜੇਪੀ ਹੈ ਨਹੀਂ ਸੀ। ਤੇ ਅਟਲ ਬਿਹਾਰੀ ਵਾਜਪਾਈ ਦੇ ਟਾਈਮ ਦੇ ਵਿੱਚ ਹੀ ਤਾਂ ਕੇਸ ਪਏ ਸੀ, ਉਹ ਵੀ ਤਾਂ ਬੀਜੇਪੀ ਦਾ ਬੰਦਾ ਸੀ। ਬਿਲਕੁਲ ਨਹੀਂ, ਬੀਜੇਪੀ ਨੇ ਬਿਲਕੁਲ ਨਹੀਂ ਪਾਏ। ਜਦ ਡੇਰੇ ਦੇ ਬੰਦੇ ਹੀ ਵਿੱਚੋਂ ਬਾਹਰ ਬਗਾਵਤ ਕਰਕੇ ਗਲਤ ਹੋਏ। ਤੁਸੀਂ ਜ਼ਿੰਮੇਵਾਰ ਹੋ, ਤੁਸੀਂ ਕਾਹਦੇ ਜ਼ਿੰਮੇਵਾਰ ਹੋ? ਤੇ ਆਪਣਾ ਪਾਰਟੀ ਬੰਦਾ ਬਣ ਸਤਿਗੁਰ ਲਈ ਖੜੀ ਹੈ ਜੀ। ਮੈਂ ਆਪਣੇ ਸਤਿਗੁਰ ਲਈ ਖੜਾ, ਸਤਿਗੁਰ ਵਾਸਤੇ ਤਾਂ ਕੁਝ ਵੀ ਕਰ ਸਕਦੇ ਹਾਂ, ਪਰ ਏਦਾਂ ਤੁਸੀਂ ਕਿਸੇ ਨੂੰ ਗੁੰਮਰਾਹ ਨਾ ਕਰੋ। ਇਹ ਗੁੰਮਰਾਹ ਨਹੀਂ ਕਰਦੇ ਪਿਤਾ ਜੀ। ਕੀ ਕਹਿੰਦੇ? ਆਪਣੇ ਪੀਰ ਫਕੀਰ ਦੀ ਸੁਣੋ, ਆਪਣੇ ਜ਼ਮੀਰ ਦੀ ਸੁਣੋ। ਸਾਡਾ ਜ਼ਮੀਰ ਤਾਂ ਜਿੰਦਾ ਹੈ, ਅਸੀਂ ਤਾਂ ਆਪਣੇ ਸਤਿਗੁਰ ਲਈ ਖੜੇ ਆ। ਜਿਹਨੇ ਸਾਡੇ ਸਤਿਗੁਰ ਲਈ ਕੁਝ ਨਹੀਂ ਕੀਤਾ, ਅਸੀਂ ਵੀ ਕਿਸੇ ਨੂੰ ਕੁਝ ਨਹੀਂ ਜਾਣਦੇ। ਸਤਿਗੁਰ ਨੂੰ ਤੁਸੀਂ ਕੀ ਸਮਝਦੇ ਹੋ? ਸਤਿਗੁਰ ਨੂੰ ਅਸੀਂ ਕੁੱਲ ਮਾਲਕ ਆ ਸਾਡਾ। ਪਰ ਹੈ ਤਾਂ ਇਹ ਰੂਪ ਦੇ ਵਿੱਚ ਨਾ, ਪਵਿੱਤਰ ਦੇਹ ਨੂੰ ਤਾਂ ਦੇਖੋ ਕਸ਼ਟ ਹੈਗਾ ਹੀ ਆ ਨਾ। ਕੁੱਲ ਮਾਲਕ ਵੀ ਸਮਝਦੇ ਹੋ?
ਹਾਂਜੀ ਉਹ ਤਾਂ ਹੈ ਹੀ। ਇਹਦਾ ਮਤਲਬ ਮਾਲਕ ਨੂੰ ਕੁਛ ਨਹੀਂ ਸੀ ਪਤਾ? ਨਹੀਂ, ਮਾਲਕ ਨੂੰ ਤਾਂ ਸਭ ਕੁਝ ਪਤਾ ਸੀ। ਉਹ ਪਿਤਾ ਨੇ ਕਿਹਾ ਨਹੀਂ ਸੀ ਇੱਕ ਸਤਸੰਗ ਦੇ ਵਿੱਚ, ਕਹਿੰਦੇ ਆਉਣ ਵਾਲੇ ਟਾਈਮ ਦੇ ਵਿੱਚ ਬੇਟਾ ਪਰਦੇ ਚੁੱਕ ਚੁੱਕ ਕੇ ਦਿਖਾਇਆ ਕਰਾਂਗੇ ਕੌਣ ਕਿਹੋ ਜਿਹਾ ਆ, ਔਰ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ। ਉਹ ਸ਼ਾਇਦ ਸਾਜ਼ਿਸ਼ਾਂ ਹੀ ਨੰਗੀਆਂ ਕਰਨ ਲਈ ਸਤਿਗੁਰ ਸਾਡਾ ਬਾ ਸਾਡੇ ਤੋਂ ਦੂਰ ਹੋਇਆ। ਇਹ ਵਚਨ ਮੈਂ ਖੁਦ ਸੁਣੇ ਹੋਏ ਆ। ਔਰ ਪਿਤਾ ਜੀ ਨੇ ਇਹ ਵੀ ਕਿਹਾ ਸੀ ਬੇਟਾ ਬਿੱਲੀ ਜਿੰਨਾ ਇੰਤਜ਼ਾਰ ਨਹੀਂ ਕਰਵਾਵਾਂਗੇ। ਤੇ ਇਹਦਾ ਮਤਲਬ ਪਿਤਾ ਜੀ ਨੂੰ ਪਤਾ ਸੀ ਵੀ ਜਦੋਂ ਕੋਈ ਕਹਿਣਾ ਹੀ ਨਹੀਂ ਮੰਨਦਾ ਇਹਨਾਂ ਨੇ ਏਦਾਂ ਨਹੀਂ ਲਾਉਣਾ, ਏਦਾਂ ਨੰਗੇ ਕਰਦੇ ਆ। ਕਿੰਨੇ ਜ਼ਿੰਮੇਵਾਰ ਮਿਲੇ ਹੋਏ ਆ। ਜਦੋਂ ਪੰਚਕੂਲੇ ਵੀਡੀਓ ਆਈ ਸੀ ਪਿਤਾ ਜੀ ਨੇ ਵੀ ਕਿਸੇ ਨੇ ਪੰਚਕੂਲੇ ਨਹੀਂ ਜਾਣਾ, ਤਾਂ ਮੈਂ ਤੁਹਾਡੇ ਹੱਥ 'ਚ ਉਸੇ ਟਾਈਮ ਦੇਖੀ ਸੀ। ਤੁਸੀਂ ਕਿਹਾ ਸੀ ਨਹੀਂ ਨਹੀਂ ਸੰਗਤ ਨੂੰ ਨਹੀਂ ਦੱਸਣਾ। ਇਹ ਮੇਰੇ ਕਦੋਂ ਦੀ ਮੇਰੇ ਮਨ 'ਚ ਸੀ। ਮੈਂ ਕਿਹਾ ਤੁਹਾਨੂੰ ਮੈਂ ਪੁੱਛੂਗੀ। ਤੁਸੀਂ ਕਿਹਾ ਸੀ ਨਹੀਂ ਸੰਗਤ ਨੂੰ ਨਹੀਂ, ਕਿਉਂਕਿ ਵੀਡੀਓ ਤੁਹਾਨੂੰ ਪੂਰਨ ਦਿਖਾ ਰਿਹਾ ਸੀ ਤੇ ਤੁਸੀਂ ਉਹ ਵੀਡੀਓ ਨੂੰ ਬਿਲਕੁਲ ਹੀ ਉਹ ਕਰਤਾ ਸੀ। ਮੈਨੂੰ ਵੀਡੀਓ ਪਤਾ ਨਹੀਂ ਸੀ ਵੀ ਪਿਤਾ ਜੀ ਕੀ ਕਹਿ ਰਹੇ ਆ, ਪਰ ਮੈਂ ਵੀਡੀਓ ਜ਼ਰੂਰ ਦੇਖੀ ਸੀ। ਜਦੋਂ ਕਿੰਨਾ ਕੁਝ ਹੋਇਆ ਪੰਚਕੂਲੇ, ਕਿੰਨਾ ਭੈਣਾਂ ਨਾਲ ਕਿੰਨਾ ਬਦਸਲੂਕੀ ਹੋਈ ਹੈ, ਤੁਹਾਨੂੰ ਵੀ ਤਾਂ ਪਤਾ ਹੀ ਆ। ਆਪਾਂ ਕਿੰਨਾ ਝੱਲਿਆ, ਕਿਉਂ ਅਸੀਂ ਵੀ ਕਿਸੇ ਸਰਕਾਰ ਨੇ ਸਾਡੇ ਹੱਕ ਵਿੱਚ ਖੜਾ ਕੋਈ, ਤੁਸੀਂ ਦੱਸੋ। ਜਦ ਕਿ ਹਨਾ ਤੁਸੀਂ ਆਪ ਹੀ ਕਹਿੰਦੇ ਭਾਈ ਜਾਣਾ ਨਹੀਂ ਕਿਸੇ, ਇਹ ਪਿਤਾ ਜੀ ਦਾ ਹੁਕਮ ਨਹੀਂ, ਇਹ ਜ਼ਿੰਮੇਵਾਰਾਂ ਦੇ ਅੱਗੇ ਕਰਕੇ ਕੀਤਾ ਹੋਇਆ। ਇਹ ਪੰਚਕੂਲਾ ਕਾਂਡ ਹੀ ਤਾਂ ਕਰਵਾਇਆ ਗਿਆ ਜੀ ਮਤਲਬ ਕਿ ਪਿਤਾ ਜੀ ਨੂੰ ਅੱਗੇ ਤੋਂ ਪੈਰੋਲ ਵੀ ਨਾ ਮਿਲੇ। ਬੜੀ ਬਹੁਤ ਗਹਿਰੀ ਸਾਜ਼ਿਸ਼ ਆ। ਤੁਸੀਂ ਕਿਉਂ ਨਹੀਂ ਸਮਝਦੇ? ਤੁਸੀਂ ਸਿਮਰਨ ਕਰਦੇ ਨਾ, ਤੁਸੀਂ ਕਹਿੰਦੇ ਹੋ ਕਰਦੇ ਹੋ, ਮੈਂ ਤਾਂ ਚਲੋ ਘੱਟ ਕਰਦੀ ਹਾਂ, ਪਰ ਸਾਨੂੰ ਤਾਂ ਸਤਿਗੁਰੂ ਹੀ ਦੱਸੀ ਜਾਂਦਾ ਵੀ ਨਹੀਂ। ਹੁਣ ਦੱਸੋ। ਨਹੀਂ ਹੁਣ ਤੁਸੀਂ ਕੀ ਕਰ ਲਓਗੇ ਫਿਰ? ਅਸੀਂ ਤਾਂ ਕੁਛ ਨਹੀਂ ਕਰਨਾ, ਪਰ ਅਸੀਂ ਆਪਣੇ ਸਤਿਗੁਰ ਦੇ ਹੱਕ 'ਚ ਤਾਂ ਖੜੇ ਆ ਨਾ। ਹੱਕ ਸੱਚ ਦਾ ਨਾਰਾ ਤਾਂ ਬੋਲ ਹੀ ਸਕਦੇ ਆ ਨਾ ਵੀ ਹਾਂ ਸਾਡਾ ਸਤਿਗੁਰ ਨਿਰਦੋਸ਼ ਹੈ। ਇਹਨਾਂ ਲੋਕਾਂ ਦੀ ਸਾਜ਼ਿਸ਼ ਨਾਲ ਸਾਡੇ ਸਤਿਗੁਰ ਅੰਦਰ ਗਏ ਆ, ਇਹ ਤਾਂ ਅਸੀਂ ਬੋਲ ਸਕਦੇ ਆ ਨਾ। ਅਸੀਂ ਰੌਲਾ ਤਾਂ ਪਾ ਸਕਦੇ ਆ ਨਾ ਵੀ ਸਾਡੇ ਸਤਿਗੁਰ ਨਾਲ ਸਾਜ਼ਿਸ਼ਾਂ ਹੋਈਆਂ ਨੇ। ਆਪਣੇ ਹੱਕ ਲਈ ਨਹੀਂ, ਤੁਸੀਂ ਆਪਣੇ ਨਿੱਜੀ ਹੱਕ ਲਈ ਖੜੇ ਹੋ। ਸਾਡਾ ਇੱਥੇ ਨਿੱਜੀ ਹੱਕ ਕੀ ਹੈ ਦੱਸੋ? ਤੁਸੀਂ ਦੱਸੋ ਮੈਨੂੰ ਕੀ ਫਾਇਦਾ? ਹਾਂਜੀ ਮੇਰਾ ਸਤਿਗੁਰ ਆ ਜਾਊਗਾ, ਮੈਨੂੰ ਤਾਂ ਇਹੀ ਉਹ ਸਭ ਨੂੰ ਦਰਸ਼ਨ ਹੋਣਗੇ ਸਾਰੇ, ਮਤਲਬ ਕਿ ਉਹ ਹੋਣਗੇ। ਤੁਸੀਂ ਨਹੀਂ ਚਾਹੁੰਦੇ ਪਿਤਾ ਜੀ ਬਾਹਰ ਆਣ ਕਿ ਆਪਾਂ ਸੱਚ ਵੀ ਨਹੀਂ ਬੋਲ ਸਕਦੇ? ਸੱਚੇ ਸੌਦੇ ਨਾਲ ਜੁੜੇ ਆ, ਸੱਚ ਤਾਂ ਬੋਲ ਹੀ ਸਕਦੇ ਆ ਨਾ। ਬੱਬਰ ਸ਼ੇਰ ਦੇ ਬੱਚੇ ਹੈਗੇ ਆ, ਥੋੜੀ ਆ ਵੀ ਚਲੋ ਜੀ ਜੋ ਹੋ ਗਿਆ ਜੀ ਆਪੇ ਗਿਆ ਆਪੇ ਆ ਜੂ, ਥੋੜੀ ਹੋਈ ਹੁੰਦਾ ਆਪੇ। ਪਿਤਾ ਜੀ ਕਦੋਂ ਸੰਗਤ ਤੋਂ ਬਿਨਾਂ ਤਾਂ ਇੱਕ ਮਿੰਟ ਨਹੀਂ ਸੀ ਰਹਿੰਦੇ ਪਿਤਾ ਜੀ। ਇੱਥੇ ਗੱਲਾਂ ਕਰਨਾ ਕੁਝ ਨਹੀਂ ਬਣਨਾ। ਹਾਂਜੀ ਕਿੱਥੇ ਕਰੀਏ? ਤੁਸੀਂ ਉੱਥੇ ਦੱਸ ਦਿਓ, ਮੈਂ ਉੱਥੇ ਬੋਲ ਦੂੰ, ਮੈਨੂੰ ਕੋਈ ਡਰ ਨਹੀਂ ਹੈਗਾ। ਤੁਸੀਂ ਫਿਰ ਆਪਣੀ ਉਹ ਕਾਰਵਾਈ ਕਿਉਂ ਨਹੀਂ ਕਰਦੇ ਜਾਂਦੇ? ਕਰਦੇ ਪਏ ਆ ਜਦੋਂ ਕੋਲ ਹੀ ਇੰਨਾ ਕੁਛ ਕਰੀ ਜਾਂਦੇ ਨੇ। ਤੁਹਾਨੂੰ ਨਹੀਂ ਪਤਾ? ਤੁਸੀਂ ਜ਼ਿੰਮੇਵਾਰ ਹੋ ਕੇ ਤੁਹਾਨੂੰ ਨਹੀਂ ਪਤਾ? ਨਹੀਂ ਤੁਸੀਂ ਜ਼ਿੰਮੇਵਾਰ ਹੋ ਕੇ ਤੁਹਾਨੂੰ ਸੰਗਤ ਪਤਾ ਨਹੀਂ ਗਾ ਵੀ ਕਿੰਨੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ। ਤੁਹਾਨੂੰ ਨਹੀਂ ਪਤਾ? ਤੁਸੀਂ ਆਪਣੇ ਜ਼ਮੀਰ ਤੇ ਹੱਥ ਰੱਖ ਕੇ ਦੱਸੋ, ਤੁਹਾਨੂੰ ਨਹੀਂ ਪਤਾ ਵੀ ਪਿਤਾ ਜੀ ਨਾਲ ਸਾਜ਼ਿਸ਼ਾਂ ਕੌਣ ਕਰ ਰਿਹਾ? ਤੁਹਾਨੂੰ ਨਹੀਂ ਪਤਾ? ਤੁਸੀਂ ਦੱਸੋ। ਤੁਸੀਂ ਕਹਿੰਦੇ ਮੈਂ ਤਾਂ ਸ਼ੁਰੂ ਤੋਂ ਹੀ ਹੁੰਦੀਆਂ ਰਹੀਆਂ। ਫਿਰ ਆਪਾਂ ਉਸ ਚੀਜ਼ ਦਾ ਵਿਰੋਧ ਕਿਉਂ ਨਹੀਂ ਕਰਦੇ? ਪਤਾ ਹੁੰਦਾ ਸਭ ਠੀਕ ਹੈ ਨਾ। ਨਹੀਂ ਆਪਾਂ ਉਸ ਚੀਜ਼ ਦਾ ਵਿਰੋਧ ਕਿਉਂ ਨਹੀਂ ਕਰਦੇ? ਜੇ ਆਪਾਂ ਜੇ ਸਾਨੂੰ ਪਹਿਲਾਂ ਸ਼ੁਰੂ ਤੋਂ ਪਤਾ ਲੱਗ ਜਾਂਦਾ ਅਸੀਂ ਕਰਦੇ ਵਿਰੋਧ। ਪਿਤਾ ਜੀ ਦਾ ਹਰ ਹੁਣ ਮੈਂ ਕਹਿੰਦੀ ਮੈਂ ਰੋਜ਼ ਪਿਤਾ ਜੀ ਦੇ 2017 ਦੇ ਰੋਜ਼ ਸਤਸੰਗ ਸੁਣਦੀ, ਔਰ ਹਰ ਸਤਸੰਗ ਦੇ ਵਿੱਚ ਪਿਤਾ ਜੀ ਕਹਿੰਦੇ ਪਏ ਆ ਵੀ ਸਾਡੇ ਨਾਲ ਇਹ ਹੋ ਰਿਹਾ, ਤੁਸੀਂ ਧਿਆਨ ਨਾਲ ਸੁਣੋ ਤਾਂ ਸਹੀ। ਉਹ ਸਾਨੂੰ ਉਹਦਾ ਕਹਿੰਦੇ ਸੀ, ਇਹਨਾਂ ਨੂੰ ਕਹਿੰਦੇ ਸੀ ਤੁਹਾਡੀਆਂ ਤਾਰਾਂ ਕਿੱਥੇ ਜੁੜੀਆਂ, ਸਾਨੂੰ ਸਭ ਪਤਾ। ਅਸੀਂ ਸਮਝੇ ਨਹੀਂ, ਸਾਡੀਆਂ ਗਲਤੀਆਂ ਨਾਲ ਸਾਡੇ ਪਿਤਾ ਜੀ ਸਾਡੇ ਤੋਂ ਦੂਰ ਹੋਏ ਨੇ। ਤੁਸੀਂ ਆਪਣੀਆਂ ਗਲਤੀਆਂ ਸੁਧਾਰ ਲਓ। ਸੁਧਾਰਦੇ ਪਏ ਆ, ਵੋਟ ਨੋਟਾਂ ਪਾਵਾਂਗੇ, ਸੁਧਾਰਾਂਗੇ ਹੀ। ਅਸੀਂ ਤਾਂ ਮਾਫੀ ਮੰਗਦੇ, ਰੋਜ਼ ਮਾਫੀ ਮੰਗਦੇ। ਦੇਖੋ ਤੁਸੀਂ ਉਹਦਾ ਵਕੀਲਾਂ ਦੇ ਨਾਮ ਤੇ ਪੈਸੇ ਇਕੱਠੇ ਕਰ ਲਏ ਉਹਦੇ ਹਰਪਾਲ ਬਾਈ ਜੀ ਦੇ ਘਰੇ ਹੈ। ਸੰਦੀਪ ਬਾਈ ਜੀ ਵੀ ਸੀ ਉੱਥੇ, ਤੁਸੀਂ ਵੀ ਸੀਗੇ। ਜਦੋਂ ਕੱਲੀ ਉਹ ਭੈਣ ਨੂੰ ਬੁਲਾ ਕੇ ਤੁਸੀਂ ਕਿਹਾ ਸੀਗਾ ਵੀ ਅਸੀਂ ਵਕੀਲਾਂ ਦੇ ਨਾਮ ਤੇ ਪੈਸੇ ਦੇਣੇ ਆ, ਮੈਂ 5000 ਦਿੱਤਾ। ਤੁਸੀਂ ਕਿਹਾ, ਉਹਨੇ ਸੰਦੀਪ ਨੇ ਕਿਹਾ ਨਹੀਂ ਭੈਣ ਜੀ 10000 ਕਰ ਲਓ। ਮੈਂ ਉਸ ਵਕਤ 10000 ਵੀ ਪਰਮਾਰਥ ਕੀਤਾ। ਕੀ ਕੀਤਾ ਵਕੀਲਾਂ ਨੇ ਦੱਸੋ ਮੈਨੂੰ? ਪੈਸੇ ਤਾਂ ਮੈਂ 10000 ਦੇ ਕੇ ਆਈ ਸੀ ਨਾ। ਉਹ ਮੈਂ ਇਹਨਾਂ ਨੂੰ ਨਹੀਂ ਸੀ ਦਿੱਤੇ ਜ਼ਿੰਮੇਵਾਰਾਂ ਨੂੰ। ਮੈਨੂੰ ਇਹ ਸੀ ਵੀ ਵਿਸ਼ਵਾਸ ਸੀ ਵੀ ਹਾਂ ਸਾਡੇ ਸਤਿਗੁਰ ਲਈ ਵਾਕਈ ਵਕੀਲਾਂ ਦੀ ਜ਼ਰੂਰਤ ਹੈਗੀ ਆ, ਵਧੀਆ ਵਕੀਲ ਕਰਕੇ ਦੇਵਾਂਗੇ। ਫਿਰ ਉਹ ਵਕੀਲਾਂ ਨੇ ਕੀਤਾ ਕੀ ਆ ਤੁਸੀਂ ਦੱਸੋ? ਉਦੋਂ ਤਾਂ ਤੁਸੀਂ ਵੀ ਸੀ ਜਦੋਂ ਮੇਰੇ ਪਰਮਾਰਥ। ਉਹ ਭੈਣ ਅੱਜ ਵੀ ਮੇਰੇ ਮੂਹਰੇ ਆਏ ਨਾ, ਪਛਾਣ ਲੂੰਗੀ ਵੀ ਆਹ ਭੈਣ ਲੈ ਕੇ ਗਈ ਸੀ ਸਾਡੇ ਮੇਰੇ 10000 ਰੁਪਇਆ। ਜਦੋਂ ਸੁਮਨ ਦੀਦੀ ਨੇ ਕਿਹਾ ਸੀ ਸਿਰਫ ਪੱਕੇ ਸੇਵਾਦਾਰ ਆਣ ਪਾਇਆ, ਹਰਪ੍ਰੀਤ ਬਾਹਰ ਨਾ ਰੌਲਾ ਪਾਈ। ਉਹ ਕਿਉਂ ਪੈਸੇ ਦਵਾਏ ਜਦੋਂ ਤੁਹਾਨੂੰ ਪਤਾ ਸਾਡੇ ਨਕੰਮੇ ਵਕੀਲ ਨੇ? ਤੁਸੀਂ ਕੋਈ ਵਧੀਆ ਵਕੀਲ ਕਰ ਲਓ ਹੈ। ਨਹੀਂ ਤੇ ਤੁਹਾਡਾ ਸਤਿਗੁਰ ਦੇ ਕੋਈ ਫਰਕ ਨਹੀਂ, ਤੁਹਾਡਾ ਕੋਈ ਫਰਕ ਨਹੀਂ। ਤੇ ਤੁਸੀਂ ਸਾਡੇ ਤੋਂ ਪਰਮਾਰਥ ਕਿਉਂ ਇਕੱਠਾ ਕਰਵਾਇਆ 10000 ਰੁਪਇਆ ਮੇਰਾ? ਮੈਨੂੰ ਤਾਂ ਬੜਾ ਚੁਭਦਾ ਹੈ, ਮੈਂ ਦਿੱਤਾ ਹੈ, ਦਵਾਇਆ ਸੀ ਨਾ ਤੁਸੀਂ। ਜੋ ਅਸੀਂ ਤਾਂ ਕਾਰਵਾਈ ਕਰਨੀ ਸੀ ਉਦੋਂ ਅਸੀਂ ਉਹਨਾਂ ਦੇ ਨਾਲ ਸਹਿਮਤ ਹੋ ਗਏ। ਅਸੀਂ ਪੈਸੇ ਦਿੱਤੇ, ਅਗਰ
ਕੋਈ ਗੱਲ ਬਣੀ ਹੈ ਤਾਂ ਇਹਦਾ ਇਹ ਮਤਲਬ ਤਾਂ ਨਹੀਂ ਹੈ ਕਿ ਅੱਗੇ ਵਾਸਤੇ ਕੋਈ ਰਸਤਾ ਹੀ ਨਹੀਂ ਹੁੰਦਾ। ਨਹੀਂ ਫਿਰ ਤੁਸੀਂ ਉਹਨਾਂ ਦੇ ਜ਼ਿੰਮੇਵਾਰਾਂ ਨੂੰ ਪੁੱਛੋ ਨਾ ਜਾ ਕੇ ਵੀ ਅਸੀਂ ਤੁਹਾਨੂੰ ਇੰਨਾ ਪੈਸਾ ਬਲਾਕ ਚੋਂ ਇਕੱਠਾ ਕਰਕੇ ਦਿੱਤਾ, ਤੁਸੀਂ ਕੀ ਕੀਤਾ? ਤਾਂ ਇਹ ਤੁਹਾਡੀ ਜ਼ਿੰਮੇਵਾਰੀ ਆ ਪੁੱਛਣਾ, ਉਹਨਾਂ ਨੂੰ ਪੁੱਛੋ। ਮੇਰੇ ਤਾਂ ਅੱਜ ਵੀ ਉਹ ਭੈਣ ਕਦੇ ਮੇਰੇ ਸਾਹਮਣੇ ਆ ਗਈ, ਮੈਂ ਤਾਂ ਪੁੱਛ ਲੈਣਾ, ਫੜ ਲੈਣਾ ਵੀ ਹਾਂ ਪੈਸੇ ਲੈ ਕੇ ਗਈ ਸੀ, ਕੀ ਕੀਤਾ? ਹਾਂ ਤੁਸੀਂ ਉਹਨੂੰ ਪੁੱਛ ਲਿਓ।